ਤੁਹਾਡੀ ਸੋਚ ਕੀ ਹੈ ਫਿਰ? ਸਾਡੀ ਸੋਚ ਤਾਂ ਕਹਿਣਾ ਜੀ ਬਦਲਾ ਆ ਜੇ, ਕੀ ਆ ਕੋਈ ਫਰਕ ਪੈ ਜੇ। ਇੱਥੋਂ ਵਿਧਾਇਕ ਰਹੇ ਨੇ ਪ੍ਰੀਤਮ ਕੌਰ ਭਾਈ ਪਹਿਲਾਂ ਵੀ, ਹੈ ਨਾ? ਕਿੰਨੇ ਕੁ ਵਾਅਦੇ ਆ ਉਹਨਾਂ ਨੇ ਪੂਰੇ ਕੀਤੇ? ਕਿੰਨੇ ਵਾਰ ਤੁਹਾਡੇ ਪਿੰਡ 'ਚ ਆਏ ਸੀਗੇ? ਆਏ ਨਹੀਂ ਜੀ, ਕੋਈ ਕੰਮ ਨਹੀਂ ਹੋਏ ਸਾਡੇ ਪਿੰਡ ਦੇ। ਜਮੇ ਨਹੀਂ, ਜਮਾ ਸੌਂ ਹੀ ਨਹੀਂ ਭੰਨੀ। ਫਿਰ ਹੁਣ ਕਿਹਨੂੰ ਚਾਹੁੰਦੇ ਹੋ ਤੁਸੀਂ ਇਸ ਵਾਰ? ਅਸੀਂ ਤਾਂ ਜੀ ਝਾੜੂ ਵਾਲਿਆਂ ਨੂੰ ਚਾਹੁੰਦੇ ਆਂਗੇ। ਸੀਗੇ ਚੰਨੀ ਨੇ 111 ਦਿਨਾਂ 'ਚ ਵਾਅਦੇ ਪੂਰੇ ਕੀਤੇ। ਵਾਅਦੇ ਪੂਰੇ 10 ਕਰੋੜ ਦੇ ਕਰੇ ਆ ਜੀ। 36000 ਮੁਲਾਜ਼ਮ ਕਿੱਥੇ ਲਾਇਆ ਉਹਨਾਂ ਨੇ? ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਕਹਿੰਦੇ ਫਸਲ। ਹਜੇ ਵੀ ਲੌਂਕਦੇ ਫਿਰਦੇ ਕਿਸਾਨ ਜੀ। ਕਾਇ ਮਹੀਨੇ ਹੋ ਗਏ ਆਪਣਾ ਨਰਮਾ ਚੁਗੇ ਨੂੰ। ਮੈਂ ਤੁਹਾਨੂੰ ਭੱਤਾ ਦੇਵਾਂਗਾ, ਮੋਬਾਈਲ ਫੋਨ ਦੇਵਾਂਗਾ, ਉਹ ਤਾਂ ਸਾਡੇ ਆਪਦੇ ਵੀ ਡਿੱਗ ਪਏ ਜਿਹੜੇ ਸੀਗੇ ਉਹਦੇ ਮਗਰ। ਪ੍ਰੀਤਮ ਕੌਰ ਭਾਈ ਕਹਿੰਦੇ ਬੜਾ ਵਿਕਾਸ ਕੀਤਾ, ਕਹਿੰਦੇ ਮੈਂ ਭੁੱਚੋ ਮੰਡੀ ਦਾ, ਭੁੱਚੋ ਹਲਕੇ ਦਾ ਭਾਈ ਕੋਟ ਚ ਕਰਿਆ ਹੋ ਤਾਂ ਅਸੀਂ ਤਾਂ ਅੱਜ ਹਾਰ ਪੈ ਗਏ ਇੱਥੇ ਉਹਦੇ। ਆਉਂਦੇ ਆ ਹੁਣ ਵੀ ਆਉਂਦੇ? ਅੱਜ ਵੀ ਅਸੀਂ ਹਾਰ ਪਏ ਸੀਗੇ ਜੀ। ਬਹੁਤ ਵਧੀਆ ਇੱਜ਼ਤ ਹੋਈ ਉਹਦੀ। ਫਿਰ ਇਸ ਵਾਰ ਕਿਹਨੂੰ ਪਾਉਂਗੇ ਵੋਟਾਂ? ਅਕਾਲੀ ਦਲ ਨੂੰ। ਤੁਹਾਨੂੰ ਕੀ ਲੱਗਦਾ ਫਿਰ ਕਿਹੜੀ ਸਰਕਾਰ ਆਊਗੀ ਹੁਣ? ਕਿਹੜੀ ਸਹੀ ਹੋਊ, ਪੰਜਾਬ ਦੇ ਹਿੱਤ ਦੀ ਹੋਊ? ਸਾਨੂੰ ਤਾਂ ਤਿੰਨੇ ਲੱਗਦੇ, ਤਿੰਨੇ ਠੱਗ ਜੇ ਹੈ। ਕੀ ਲੱਗਦਾ ਫਿਰ ਤੁਹਾਨੂੰ ਹੁਣ ਇਸ ਵਾਰ? ਅਸੀਂ ਸੋਚਾਂਗੇ ਵੀ ਕਿਹੜਾ ਕੋਈ ਸਾਡੇ ਬੱਚਿਆਂ ਦੇ ਭਵਿੱਖ ਨੂੰ ਠੀਕ ਕਰਦਾ। ਕੀ ਲੱਗਦਾ ਫਿਰ ਚੋਣਾਂ ਦਾ ਮਾਹੌਲ ਤੁਹਾਨੂੰ ਇਸ ਵਾਰ? ਪਰ ਮਲਿਆ ਕੰਮ ਚੱਲੀ ਨਹੀਂ, ਕੋਈ ਫਾਇਦਾ ਤਾਂ ਕਰਦਾ ਨਹੀਂ ਜੀ ਸਾਡਾ। ਕਿਹੜੀ ਪਾਰਟੀ ਨਾਲ ਜੁੜੇ ਹੋ ਤੁਸੀਂ? ਅੱਗੇ ਅਸੀਂ ਕਾਲੀਆਂ ਜੁੜੇ ਸੀ, ਉਹ ਰਲਮੇ ਜੇ ਹੋ ਗਏ। ਦਿੱਲੀ ਦੇ ਵਿੱਚ ਜਿੰਨੇ ਵਾਅਦੇ ਪੂਰੇ ਕਰੇ ਸੀਗੇ ਉਦੋਂ ਵੱਧ ਵਾਅਦੇ ਨਿਭਾਤੇ ਉਹਨਾਂ ਨੇ ਜੀ। 19 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਰਾਜ ਕੀਤਾ ਜੀ। ਉਹ ਸਾਰੇ ਲੋਕਾਂ ਨੇ ਰਾਜ ਦੇਖਿਆ ਜੀ। ਕਦੇ ਤਾਂ ਕਹਿੰਦੇ ਪਾਣੀ ਦੀਆਂ ਬੱਸਾਂ ਚਲਾਵਾਂਗੇ ਜੀ, ਕਦੇ ਹੁਣ ਕਈ ਕਹਿੰਦੇ ਜਹਾਜ਼ ਚਲਾਵਾਂਗੇ ਜੀ। ਉਹ ਸਾਰੇ ਪਾਣੀ ਵਾਲੀ ਗੱਲਾਂ ਹੈ ਜੀ। ਕੀ ਲੱਗਦਾ ਫਿਰ ਤੁਹਾਨੂੰ ਮਾਹੌਲ ਇਸ ਵਾਰ ਚੋਣਾਂ? ਸਾਨੂੰ ਮਾਹੌਲ ਇਹ ਲੱਗਦਾ ਸਾਰੇ ਪੰਜਾਬ 'ਚ ਵੀ ਝਾੜੂ ਜਿੱਤੂਗਾ। ਝਾੜੂ ਕਿਉਂ? ਕਿਉਂਕਿ ਆਏ ਵੇਖ ਲਓ ਜੀ, ਨੌਜਵਾਨ ਕਿੰਨੇ ਫਿਰਦੇ ਆ, ਕਿਸੇ ਨੂੰ ਕੋਈ ਕੰਮ ਨਹੀਂ। 60 ਸਾਲ ਕਾਂਗਰਸ ਨੇ ਕਾਲੀਆਂ ਨੇ ਰਾਜ ਕੀਤਾ ਹੈ, ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ। ਵੀ ਤੁਸੀਂ ਕੀ ਕੀਤਾ ਪੰਜਾਬ 'ਚ? ਚਿੱਟਾ ਵੇਚਿਆ, ਚਿੱਟੇ ਦੇ ਵਪਾਰੀ ਬਣਾਤੇ, ਜਵਾਕ ਨਿੱਕੇ ਨਿੱਕੇ ਲਾਤੇ, ਥਾਂ ਮਿਲੀ ਜਾਂਦਾ ਹੈ, ਥਾਂ ਇਹਨਾਂ ਨੇ ਅੱਡੇ ਬਣਾਤੇ। ਕਹਿੰਦੇ ਉਹ ਸ਼ਰਾਬ ਪੀਂਦਾ, ਕਹਿੰਦੇ ਖੋਦੋ। ਸ਼ਰਾਬ ਕੌਣ ਨਹੀਂ ਪੀਂਦਾ ਜੀ? ਇਹ ਚਿੱਟਾ ਵੇਚਦਾ, ਉਹ ਸ਼ਰਾਬ ਵੀ ਪੀਂਦਾ ਹੈ। ਇਹ ਚਿੱਟਾ ਖਾਂਦੇ ਆ, ਸੁਖਬੀਰ ਵਾਲਾ ਖਾਂਦਾ, ਕੈਪਟਨ ਖਾਂਦਾ ਹੈ, ਤੇ ਸਾਰੇ ਖਾਂਦੇ ਚਿੱਟਾ। ਕਹਿੰਦੇ ਕਿਸਾਨ 80% ਕਿਸਾਨ ਸਾਡੇ ਨਾਲ ਹੈ, ਕਹਿੰਦੇ ਜਿਹੜੀ ਹੈਗੇ ਸ਼੍ਰੋਮਣੀ ਅਕਾਲੀ ਦਲ ਨਾਲ ਹੈ। ਸਵਾਲ ਨਹੀਂ ਪੈਣਾ, ਮੇਰੇ ਪਿੰਡ ਦੇ ਵਿੱਚ 2300 ਵੋਟ ਹੈ, 2000 ਭੁਗਤੂਗੀ ਤੇ 1300 ਰੁਪਇਆ 1300 ਮਾਸਟਰ ਨੂੰ ਪਊਗੀ। ਕਿਸਾਨ ਵੀ ਆ ਗਏ ਰਾਜਨੀਤੀ ਦੇ ਵਿੱਚ, ਉਹ ਵੀ ਚੋਣ ਲੜ ਰਹੇ। ਕਿਸਾਨ ਆ ਗਏ। ਸਾਡੇ ਰਾਜੋਵਾਲ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ, ਬਹੁਤ ਵੱਡੀ ਗਲਤੀ ਐ ਕੀਤੀ। ਜ਼ਿੰਦਗੀ ਦੇ ਵਿੱਚ ਐਡਾ ਵੱਡਾ ਮੋਰਚਾ ਜਿੱਤ ਕੇ ਹੀਰੋ ਬਣ ਗਿਆ ਸੀ ਤੇ ਹੁਣ ਥੱਲੇ ਲੱਗ ਰਿਹਾ ਹੈ। ਤੇ ਹੁਣ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਲੱਖੇ ਸਿਧਾਣੇ। ਲੱਖੇ ਸਿਧਾਣੇ ਨੂੰ ਉਮੀਦਵਾਰ ਭਾਈ ਜੀ ਬਣਾਇਆ ਗਿਆ, ਪਰ ਲੱਖੇ ਸਿਧਾਣੇ ਨੇ ਵੀ ਸੋਚਣਾ ਚੱਲਣਾ ਸੀ, ਨਹੀਂ ਉੱਠਣਾ ਸੀ। ਇਹ ਜਿਹੜੇ ਸਾਰੇ ਆ ਨਾ ਹੁਣ ਰਲਣਗੇ, ਇਹ ਅਕਾਲੀ ਕਾਂਗਰਸੀ ਭਾਜਪਾ, ਇਹਨਾਂ ਨੂੰ ਐਂ ਡਰ ਹੋਇਆ ਕਿ ਝਾੜੂ ਨਾ ਯਾਰ। ਸਾਰੇ ਪਾਰਟੀਆਂ ਰਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ, ਲੱਖੇ ਸਿਧਾਣੇ ਨੂੰ ਪਿੱਛੇ ਲੈ ਲੈਣਗੇ। ਕਿਉਂ ਇਹਨਾਂ ਨੂੰ ਐਂ ਵੀ ਝਾੜੂ ਵਾਲੇ ਇੱਕ ਵਾਰੀ ਆ ਗਏ 100 ਸਾਲ ਦੀ ਗਰੰਟੀ ਹੈ। ਮੈਂ ਲਿਖ ਕੇ ਦੇਣਾ, ਮੇਰਾ ਵਾਅਦਾ ਹੈ ਵੀ ਮੁੜ ਕੇ ਹਰਾ ਨਹੀਂ ਸਕਦੇ ਇਹ। ਪ੍ਰੀਤਮ ਕੌਰ ਭਾਈ ਜੀ ਕੋਲੇ ਕੰਮਾਂ ਧੰਦਿਆਂ ਨੂੰ ਜਾਂਦਾ ਰਿਹਾ, ਇੱਕ ਵੀ ਕੰਮ ਮੇਰੇ ਕਹਿਣ ਤੇ ਉਹਨੇ ਪਿੰਡ ਦੇ ਵਿੱਚ ਨਹੀਂ ਕੀਤਾ। ਦੂਜਾ ਜੇ ਉਹਨੇ ਕੀਤਾ ਤਾਂ ਸਾਡੇ ਪਿੰਡ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ। ਤੇ ਅੱਜ ਤੱਕ ਸਾਡੇ ਪਿੰਡ ਨੇੜੇ ਤੇੜੇ ਪਿੰਡਾਂ ਦੇ ਵਿੱਚ ਗਿਣਿਆ ਜਾਂਦਾ ਵੀ ਖਿਆਲੀ ਵਾਲਾ ਇੱਕ ਮੋਰੀ ਲੰਘ ਜਾਂਦਾ, ਪਰ ਪ੍ਰੀਤਮ ਕੌਰ ਭਾਈ ਨੇ ਸਾਡੇ ਪਿੰਡ ਨੂੰ ਬਹੁਤ ਵੱਡਾ ਖੋਰਾ ਲਾਤਾ। ਸਾਡੇ ਪਿੰਡ ਦੇ ਵਿੱਚ ਧੜੇਬੰਦੀ ਬਣਾਤੀ। ਕੋਟ ਭਾਈ ਤਾਂ ਫਿਰ ਉਮੀਦਵਾਰ ਬਣ ਕੇ ਆ ਗਏ ਤੁਹਾਡੇ ਕੋਲ ਵੋਟਾਂ ਮੰਗਣ। ਫਿਰ ਅੱਜ ਹੀ ਦਵਾਲੇ ਹੀ ਪਿੰਡੋਂ ਲੋਕਾਂ ਨੇ। ਉਹ ਤਾਂ ਕਹਿੰਦੇ ਵਿਕਾਸ ਬੋਲਦਾ ਮੇਰਾ ਹਲਕਾ ਪੁੱਚੋ ਦਾ ਜਿਹੜਾ ਵਿਕਾਸ। ਉਹ ਮੈਨੂੰ ਦੱਸਦੇ ਵੀ ਕੀ ਦਿੱਤਾ ਖਿਆਲੀ ਨੇ। 80 ਪਰਿਵਾਰ ਅਸੀਂ ਕਾਂਗਰਸ ਨੂੰ ਛੱਡ ਕੇ ਇਹ ਆਮ ਆਦਮੀ ਪਾਰਟੀ ਮਾਸਟਰ ਜਗਸੀਰ ਜੀ ਨਾਲ ਰਲ ਗਈ। ਕੈਪਟਨ ਸਾਹਿਬ ਤਾਂ ਜੀ ਆਪ ਤੁਸੀਂ ਵੇਖਿਆ ਹੀ ਹੈ, 4.5 ਸਾਲ ਨਿਕਲੇ ਹੀ ਨਹੀਂ ਬਾਹਰ। ਉਹ ਤੋਂ ਤਾਂ ਮੈਨੂੰ ਪਤਾ ਵੀ ਸਿਮਲਾ ਸੁਮਲਾ ਹੀ ਲੂਟ ਆਇਆ। ਐਲਾਨਾਂ ਤੋਂ ਬਿਨਾਂ ਕੁਛ ਚੰਨੀ ਸਾਹਿਬ ਨੇ ਨਹੀਂ ਕੀਤਾ ਜੀ। ਕਹਿੰਦੇ ਸ਼ਰਾਬ ਪੀਂਦਾ, ਕਹਿੰਦੇ ਇਹੀ ਕਹਿੰਦੇ ਸ਼ਰਾਬ ਤਾਂ ਸਾਰੀ ਨੌਜਵਾਨਾਂ ਨੂੰ ਜਿਹੜਾ ਨਸ਼ੇ ਤੇ ਲਾਣਗੇ ਉਹ। ਸ਼ਰਾਬ ਤਾਂ ਸਾਰੀ ਦੁਨੀਆ ਹੀ ਪੀਂਦੀ, ਅਸੀਂ ਵੀ ਪੀ ਲੈਂਦੇ ਆ ਸ਼ਰਾਬ। ਨਾਲ ਕੋਈ ਕੈਪਟਨ ਵਰਗੇ ਕਿਹੜਾ ਪੀਂਦੇ ਨਹੀਂ, ਬਾਦਲ ਕੇ ਵੀ ਪੀ ਲੈਂਦੇ ਆ, ਅੰਮ੍ਰਿਤ ਛਕ ਕੇ ਇਹ ਵੀ ਪੀ ਲੈਂਦੇ ਆ। ਇਹ ਤਾਂ ਸ਼ਾਮ ਨੂੰ ਨੀਂਦ ਆਉਣੀ ਚਾਹੀਦੀ, 2 ਪੈਗ ਲਾ ਕੇ ਸੌਂ ਜਾਂਦਾ ਇਹਨੇ ਨਾਲ ਵਿਚਾਰਾ, ਹੋਰ ਥੱਕਿਆ ਹੰਬਿਆ ਹੁੰਦਾ। ਜੇ ਉਹਨੇ ਲਾ ਲਈ ਫੇਰ ਕੀ ਹੋ ਗਈ। ਇਹਨਾਂ ਨੇ ਬਹੁਤ ਜ਼ਿਆਦਾ ਪੈਸਾ ਇਕੱਠਾ ਕਰਿਆ ਜੀ ਸਾਡੇ ਪੰਚਾਂ ਸਰਪੰਚਾਂ ਤੋਂ, ਲੱਖਾਂ ਰੁਪਏ ਲਏ। ਮੈਂ ਇੱਕ ਪੰਜੀ ਨਹੀਂ ਦਿੱਤਾ। ਮੈਂ ਇਹਨੂੰ ਇੱਕੋ ਗੱਲ ਆਖੀ ਸੀ, ਮੈਂ ਕਿਹਾ ਨਾ ਅਸੀਂ ਤੁਹਾਡੀਆਂ ਵੋਟਾਂ ਵੇਲੇ ਸੋਥੋਂ ਪੈਸੇ ਲਏ ਆ, ਤੁਹਾਡੇ ਜਿਹੜੇ ਪੋਲਿੰਗ ਬੂਥ ਹੈ ਜੀ ਪਹਿਲਾਂ ਤੋਂ ਆਪ ਹੀ ਲਾਉਣੇ, ਆਪ ਹੀ ਸਾਰਾ ਖਰਚਾ ਕਰਦੇ, ਨਾ ਲਏ ਆ ਤੇ ਨਾ ਮੈਂ ਤੈਨੂੰ ਕਾਸੇ ਦੇ ਦੇਵਾਂ। ਉਹਦਾ ਮਾਸਟਰ ਬਲਜਿੰਦਰ ਪੀਏ ਇੱਕ, ਉਹ ਵੀ 25000 ਰੁਪਇਆ ਕਹਿੰਦਾ ਮੈਨੂੰ ਦੇ ਦਿਆ ਕਰ। ਕਿੱਥੋਂ ਦੇ ਦਿਆਂਗੇ ਜੀ ਆਪਾਂ 25-25000 ਕਿਸੇ ਨੂੰ?
ਕੀ ਕਹਿੰਦਾ ਯੂਥ ਇਸ ਵਾਰ ਕਿੱਧਰਲੇ ਪਾਸੇ ਖੜਾ ਫਿਰ? ਆਪ ਦੇ ਵੱਲ ਹੀ ਹੈ ਜੀ ਸਾਰਾ। ਮੰਨ ਲਓ ਵੀ ਨੌਜਵਾਨ ਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਜੀ, ਚੰਗੀ ਸਿੱਖਿਆ ਤੇ ਰੁਜ਼ਗਾਰ। ਨਾ ਹੀ ਤਾਂ ਆਪਾਂ ਨੂੰ ਚੰਗੀ ਅੱਜ ਤੱਕ ਸਿੱਖਿਆ ਮਿਲੀ ਹੈ ਜੀ, ਨਾ ਹੀ ਰੁਜ਼ਗਾਰ ਮਿਲਿਆ ਕੋਈ। ਪੀਐਨ ਦੀਆਂ ਪੋਸਟਾਂ ਆਈਆਂ ਸੀਗੀਆਂ ਜੀ ਪਿਛਲੇ ਸਾਲ, PhD ਕੀਤੇ ਨੇ, ਪੀਐਨ ਦੀ ਪੋਸਟ ਭਰਦਾ ਜੀ ਜਿਹੜੀ ਵੀ 10 ਪਾਸ ਨੂੰ ਹੁੰਦੀ ਆ। ਇੰਨੀ ਬੇਰੁਜ਼ਗਾਰੀ ਆਪਣੀ। ਤੇ ਇੱਕ ਨਸ਼ਾ ਜਿਹੜਾ ਪੰਜਾਬ 'ਚ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਹੈ ਨਾ। ਨਸ਼ਾ ਤਾਂ ਜੀ ਆਮ ਹੀ ਮਿਲਦਾ, ਨਸ਼ਾ ਲੈਣਾ ਕਿੱਥੋਂ ਜੀ ਦੱਸੋ, ਉੱਥੋਂ ਹੀ ਦਵਾ ਦਾਂਗੇ। ਪਰ ਵੀ ਵੇਖਣਾ ਲੋਕਾਂ ਨੂੰ ਇੱਕ ਹੱਕ ਆ ਵੀ ਉਹ ਨਵੀਂ ਸਰਕਾਰ ਆਈ ਹੈ, ਉਹਨਾਂ ਨੂੰ ਵੇਖੋ ਤਾਂ ਸਹੀ ਨਾ ਇੱਕ ਵਾਰ। ਜਦੋਂ ਉਹਨਾਂ ਨੂੰ ਮੰਨ ਲਓ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਬਣਾਤਾ, ਉਹਨੂੰ ਇੱਕ ਵਾਰੀ ਹਰਾ ਪੈਨੋਂ ਕਹਿੰਦਾ ਮੈਨੂੰ ਫੜਾਓ ਤਾਂ ਸਹੀ, ਫਿਰ ਤੁਹਾਨੂੰ ਮੈਂ ਦੱਸਦਾ ਕੀ ਬਣਦਾ। ਜਦੋਂ ਉਹਨੂੰ ਆਪਾਂ ਕੋਈ ਮੌਕਾ ਹੀ ਨਹੀਂ ਦੇ ਰਹੇ ਕਰਨ ਦਾ, ਐਵੇਂ ਇਲਜ਼ਾਮ ਲਾਉਣ ਦਾ ਵੀ ਕੀ ਫਾਇਦਾ ਉਸ ਗੱਲ ਦਾ। 36,000 ਕਹਿੰਦੇ ਮੁਲਾਜ਼ਮ ਅਸੀਂ ਪੱਕੇ ਕੀਤੇ ਆ, ਕਾਂਗਰਸ ਕਹਿੰਦੀ। ਹੁਣ ਉਹ ਤਾਂ ਆਮ ਹਰੇਕ ਹੀ ਕਹਿੰਦਾ ਸਾਨੂੰ 36 ਵਿਖਾ ਦਿਓ ਕਿੱਥੇ ਪੱਕੇ ਕੀਤੇ ਆ। ਕੱਚਾ ਮੁਲਾਜ਼ਮ ਹੀ ਹੈ ਤੀ ਕਿ ਇੱਕ ਨੌਜਵਾਨ ਸਾਡੇ ਪਿੰਡ ਉਹ ਵੀ ਕੱਚਾ ਗਾ ਲੱਗਿਆ ਵਾ, ਉਹ ਕਹਿੰਦੇ ਪੱਕਾ ਕੀਤਾ, ਉਹ ਕਹਿੰਦਾ ਮੈਨੂੰ ਹੀ ਕਰ ਦਿਓ ਇਕੱਲੇ ਨੂੰ। ਚੱਲ ਮੈਂ ਸਾਰਿਆਂ ਨੂੰ ਕਹਿੰਦਾ ਕਿ 36,000 ਹੋ ਗਏ। ਫੋਨ ਵੀ ਉਹਨਾਂ ਨੇ ਦੇਣੇ ਸੀਗੇ, ਫੋਨ ਮਿਲ ਗਏ ਇੱਥੇ? ਨਾ ਸਾਡੇ ਪਿੰਡ ਤਾਂ ਕਿਸੇ ਨੂੰ ਨਹੀਂ ਫੋਨ ਮਿਲਿਆ ਜੀ, ਇੱਕ ਵੀ ਨੌਜਵਾਨ ਨੂੰ। ਕਿਉਂ ਪਾਉਂਗੇ ਆਵਾਂ? ਪੁਰਾਣੇ ਇੰਜਣ ਸਾਰੇ ਬਦਲਣੇ, ਨਵਾਂ ਇੰਜਣ ਜੋੜਾਂਗੇ ਜੀ। ਪਹਿਲਾਂ ਵੀ ਇਹ ਪਾਰਟੀਆਂ ਜਿਹੜੀਆਂ ਦੂਜੀਆਂ ਆਉਂਦੀਆਂ ਰਹੀਆਂ ਉਹ ਵੀ ਇਹੀ ਵਾਅਦੇ ਕਰਦੀਆਂ ਰਹੀਆਂ ਨੇ, ਐਵੇਂ ਵਾਅਦੇ ਕਰਕੇ ਲੋਕਾਂ ਕੋਲੇ ਆਉਂਦੀਆਂ ਸੀ ਵਾਅਦੇ ਲੈ ਕੇ, ਤੇ ਇਹੀ ਹੁਣ ਆਵਾਂ ਦੀ ਪਾਰਟੀ ਲੈ ਕੇ ਆਈ। ਸਾਡੇ ਲੋਕਾਂ ਨਾਲ ਹੀ ਹੋਊਗਾ ਜੀ, ਤੇਲ ਅਸੀਂ ਪਾਉਣਾ, ਅਸੀਂ ਚਲਾ ਦਾਂਗੇ ਜੀ ਇਹਨੂੰ। ਬੀਜੇਪੀ ਆ ਗਈ ਹੈ, ਕਹਿੰਦੇ ਅਸੀਂ 3 ਕਾਨੂੰਨ ਰੱਦ ਕੀਤੇ ਆ, ਕਹਿੰਦੇ ਪੰਜਾਬ ਦੇ ਲੋਕ ਸਾਡੇ ਤੇ ਵਿਸ਼ਵਾਸ ਕਰਨਗੇ। ਨਹੀਂ ਜੀ, ਰੱਦ ਗੋਡੀਆਂ ਲਵਾਤੀਆਂ, ਮੈਂ ਖੁਦ ਉੱਥੇ 15 ਦਿਨ ਲਾ ਕੇ ਆਇਆ ਦਿੱਲੀ 'ਚ, ਕੋਈ ਐਵੇਂ ਨਹੀਂ ਹੋਏ ਰੱਦ। ਕਿਸਾਨ ਵੀ ਆ ਗਏ ਰਾਜਨੀਤੀ ਵਿੱਚ। ਕਿਸਾਨ ਵੀਰਾਂ ਨੂੰ ਆਪ ਸਮਝਣਾ ਚਾਹੀਦਾ, ਉਹਨਾਂ ਨੂੰ ਉਹ ਤਾਂ ਆਪਦੇ ਘਰੇ ਲੀਡਰ ਹੈ, ਉਹਨਾਂ ਨੂੰ ਇਹ ਨਹੀਂ ਚਾਹੀਦਾ। ਨਹੀਂ ਕਿਸਾਨਾਂ ਨੂੰ ਕੋਈ ਸੀਟ ਨਹੀਂ ਮਿਲਦੀ ਜੀ, ਮਿਲਦਾ ਹੱਕਦਾਰ ਵੀ ਨਹੀਂ। ਉਹ ਕੌਣ ਸੀ ਮੂਹਰੇ ਲੀਡਰ? ਮੇਨ ਰਾਜੇਵਾਲ ਹੀ ਸੀਗਾ ਨਾ ਜੀ। ਅੱਜ ਉਹ ਜ਼ੀਰੋ ਹੋ ਗਿਆ, ਅੱਜ ਉਹਦੇ ਸੱਦੇ ਤੇ ਕੋਈ ਨਹੀਂ ਜਾਊਗਾ। ਪਰ ਆ ਜਵਾਕਾਂ ਦੇ ਸਿਰ ਤੇ ਜਿਹੜੇ ਜੰਮਦੇ ਜਵਾਕ ਆ 70,000 ਰੁਪਏ ਦਾ ਕਰਜ਼ਾ ਆਉਂਦਾ, 3.5 ਲੱਖ ਕਰੋੜ ਦਾ ਪੰਜਾਬ ਸਰਕਾਰ ਦਾ। ਉਹ ਤਾਂ ਦੱਸੋ ਮੋੜਾਂ ਕਿੱਥੋਂ? ਤੇ ਮੇਰੀ 10,000 ਰੁਪਏ ਤਨਖਾਹ ਗਈ, 10 ਤੋਂ ਵੀ ਘੱਟ ਹੀ ਆ। ਮੈਨੂੰ ਤਾਂ ਕੀਤਾ ਨਹੀਂ, ਇੰਨੀਆਂ ਡਾਂਗਾਂ ਤਾਂ ਅਸੀਂ ਨਹੀਂ ਕਿਤੇ ਮੰਨ ਲਓ ਕਿਸੇ ਪਸ਼ੂ ਦੇ ਨਹੀਂ ਮਾਰੀਆਂ ਹੋਣਗੀਆਂ ਜਿੰਨੀਆਂ ਮਨਪ੍ਰੀਤ ਦੇ ਘੇਰਦਿਆਂ ਦੇ ਸਾਡੇ ਪਏਗੀਆਂ। ਤੁਸੀਂ ਕਾਰਨ ਕਿਸ ਨੂੰ ਮੰਨਦੇ ਹੋ ਕਿ ਪੰਜਾਬ ਦੇ ਅਜਿਹੇ ਹਾਲਾਤ ਆ ਜਿਹੜੇ ਹੁਣ ਬਣ ਗਏ ਨੇ? ਸਾਰਿਆਂ ਨੇ ਕੀਤਾ, ਹੋਰ ਅਸੀਂ ਤਾਂ ਕੀਤਾ ਨਹੀਂ। ਅਸੀਂ ਤਾਂ ਸੁੱਤੇ ਪਏ ਵੀ ਟੈਕਸ ਦਿੰਦੇ ਆ, 2-2 ਲੱਖ ਰੁਪਏ ਇਹਨਾਂ ਦਾ ਗਾਲੀ ਜਾਂਦੇ ਆ। 40,000 ਬਿਜਲੀ ਬੋਰਡ 'ਚ ਇਹਨਾਂ ਨੇ ਉਹ ਨੌਕਰੀ ਖਤਮ ਕਰਤੀ, 4,000 ਤਾਂ ਬਠਿੰਡੇ ਵਾਲੇ ਥਰਮਲੀ ਕਰਤਾ। ਉੱਥੇ ਵੀ ਤਾਂ ਇਹਨਾਂ ਨਹੀਂ ਲੱਗਣਾ ਸੀਗਾ, ਉਹ ਨੌਕਰੀਆਂ ਖਤਮ ਕਰੀ ਜਾਂਦੇ। ਅਸੀਂ ਲਿਜਾਵਾਂਗੇ ਕਿੱਥੇ ਇਹਨਾਂ ਨੂੰ ਪੜ੍ਹਾ ਕੇ? ਫਿਰ ਇਹਨਾਂ ਨੇ ਚਿੱਟੇ 'ਚ ਹੀ ਪੈਣਾ। ਹੁਣ ਇਹ ਨੌਜਵਾਨ ਸੀ ਨਹੀਂ ਇਹ ਬਈ ਚਿੱਟੇ 'ਚ ਜਾਂਦੇ, ਇਹਨਾਂ ਨੇ ਕੀ ਕਰਨਾ ਸੀਗਾ? ਹੁਣ ਵਧ ਗਿਆ ਇੱਥੇ, ਚਲੋ ਆ ਜਾਂਦੇ ਖੇਡ ਲੈਂਦੇ। ਇਹ ਘਰ ਘਰ ਨੌਕਰੀ ਹੈਗੀ। ਪਹਿਲਾਂ ਕਹਿੰਦੇ ਸੀ ਖਜ਼ਾਨਾ ਖਾਲੀ, ਪਰ ਹੁਣ ਉਮੀਦਵਾਰ ਫੇਰ ਐਲਾਨੇ ਗਏ ਨੇ ਉਹ ਕਾਂਗਰਸ ਦੇ ਵੱਲੋਂ। ਫੇਰ ਉਹਨਾਂ ਦਾ ਤਾਂ ਵਿਸ਼ਵਾਸ ਕਰਨ ਦੀ ਕੋਈ ਡੱਕਾ ਦਮ ਨਹੀਂ ਜੀ। ਥਰਮਲ ਦੇ ਸਾਹਮਣੇ ਕਹਿ ਕੇ ਗਏ ਆਗੇ ਕਿ ਵੀ ਐਂ ਕਰਕੇ ਜੇ ਮੈਂ ਜਿੱਤ ਗਿਆ ਤਾਂ ਇਹਦੇ 'ਚੋਂ ਧੂੰਆਂ ਨਿਕਲੂਗਾ। ਬਸ ਇਹ ਸਮਝ ਲਓ ਵੀ ਜਿਹੜੀ ਗੱਲ ਕਹਿਣਗੇ ਇਹ ਜਿੰਨੇ ਵੀ ਲੀਡਰ ਆ ਉਹ ਕਰਦੇ ਨਹੀਂ, ਤੇ ਜਿਹੜੀ ਕਹਿੰਦੇ ਨਹੀਂ ਉਹ ਕਰਨਗੇ। ਇਹ ਫਿਰ ਕੀ ਬਦਲਾਅ ਚਾਹੁੰਦੇ ਹੋ? ਕੀ ਆਉਣਾ ਚਾਹੀਦਾ ਇਸ ਵਾਰ ਬਦਲਾਅ? ਤਾਂ ਝਾੜੂ ਤੋਂ ਹੈਗੀ ਆਸ ਉਮੀਦ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਉਡਾਨ ਨਿਊਜ਼ 24 ਤੇ ਮੈਂ ਵੀਰਪਾਲ। ਇਸ ਵੇਲੇ ਅਸੀਂ ਖੜੇ ਆ ਹਲਕਾ ਪੁੱਚੋ ਦੇ ਪਿੰਡ ਖਿਆਲੀ ਵਾਲਾ ਵਿਖੇ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਿਆਸੀ ਮਾਹੌਲ ਆ, ਪੰਜਾਬ ਦਾ ਸਿਆਸੀ ਮਾਹੌਲ ਆ, 2022 ਦੀਆਂ ਚੋਣਾਂ ਨੂੰ ਲੈ ਕੇ ਭੱਜ ਚੁੱਕੇ ਵੱਖ-ਵੱਖ ਉਮੀਦਵਾਰ ਆ ਜਿਹੜੇ ਆਪਣੇ ਵਾਅਦੇ ਲੈ ਕੇ ਲੋਕਾਂ 'ਚ ਜਾ ਰਹੇ ਨੇ। ਤੇ ਲੋਕਾਂ ਦਾ ਕੀ ਹੁੰਗਾਰਾ ਉਹਨਾਂ ਨੂੰ ਲੈ ਕੇ, ਲੋਕਾਂ ਦੇ ਕੀ ਵਾਅਦੇ ਨੇ ਜਿਹੜੇ ਪੂਰੇ ਨਹੀਂ ਹੋਏ ਤੇ ਕੀ ਵਾਅਦੇ ਨੇ ਜਿਹੜੇ ਉਹ ਨਵੇਂ ਲੈ ਕੇ ਆਏ ਨੇ, ਲੋਕ ਕੀ ਕਹਿੰਦੇ ਨੇ ਇਹਨਾਂ ਚੋਣਾਂ ਨੂੰ ਲੈ ਕੇ। ਵੱਖ-ਵੱਖ ਲੋਕਾਂ ਦੇ ਵਿਚਾਰ ਲੈਣ ਦੇ ਲਈ ਅਸੀਂ ਵੱਖ-ਵੱਖ ਪਿੰਡਾਂ 'ਚ ਜਾਂਦੇ ਹਾਂ। ਅੱਜ ਆਪਾਂ ਪਹੁੰਚੇ ਆ ਖਿਆਲੀ ਵਾਲਾ ਵਿਖੇ। ਦੇਖ ਸਕਦੇ ਹੋ ਕਿ ਮੇਰੇ ਪਿੱਛੇ ਇੱਥੋਂ ਦੇ ਵਾਸੀ ਬੈਠੇ ਨੇ। ਆਪਾਂ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ, ਕੀ ਉਹਨਾਂ ਦੇ ਵਿਚਾਰ ਨੇ ਇਸ ਚੋਣਾਂ ਨੂੰ ਲੈ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਸੁਖਜਿੰਦਰ ਸਿੰਘ ਜੀ। ਕੀ ਲੱਗਦਾ ਫਿਰ ਇਸ ਵਾਰ ਚੋਣਾਂ ਦਾ ਮਾਹੌਲ ਤੁਹਾਨੂੰ? ਚੋਣਾਂ ਦਾ ਮਾਹੌਲ ਤਾਂ ਦਿਸੀ ਜਾਂਦਾ, ਹੁਣ ਮਾਹੌਲ ਕੀ ਹੋਣਾ ਸੀ। ਕੀ ਲੱਗਦਾ ਤੁਹਾਡੇ ਮੁਤਾਬਕ, ਕਿਵੇਂ ਲੱਗਦਾ ਹੈਗਾ? ਮੁਤਾਬਕ ਤਾਂ ਚੱਲੀ ਜਾਂਦਾ ਵਾ, ਅੱਡੋ-ਅੱਡੀ ਸੋਚ ਆ ਜੀ ਆਪਦੀ। ਬਸ ਤੁਹਾਡੀ ਸੋਚ ਕੀ ਹੈ ਫਿਰ? ਸਾਡੀ ਸੋਚ ਤਾਂ ਕਹਿਣਾ ਜੀ ਬਦਲਾਅ ਆ ਜੇ, ਕੀ ਆ ਕੋਈ ਫਰਕ ਪੈ ਜੇ। ਬਦਲਾਅ ਮਤਲਬ ਕਿਸ ਤਰ੍ਹਾਂ ਦਾ ਬਦਲਾਅ ਚਾਹੀਦਾ ਹੁਣ ਆਪਾਂ? ਬਦਲਾਅ ਜੀ ਮੰਨ ਲਓ ਪਾਰਟੀ ਕਹਿਣਾ ਤੀਜੀ ਪਾਰਟੀ ਆ, ਉਹ ਤੋਂ ਕੋਈ ਫਰਕ ਪਵੇ। ਕਿਉਂ ਅੱਕ ਗਏ? ਦੂਸਰੀਆਂ ਪਾਰਟੀਆਂ ਦਾ ਕਿਉਂ ਨਹੀਂ ਉਹ ਰੁਝਾਨ ਰਿਹਾ ਇਸ ਵਾਰ? ਰੁਝਾਨ ਤਾਂ ਜੀ ਮੰਨ ਲਓ ਸਾਰਾ ਹੁਣ ਇਹੀ ਚੱਲੀ ਜਾਂਦਾ ਕੰਮ ਜੀ। ਮੰਨ ਲਓ ਤੁਸੀਂ ਕੋਈ ਸਹੂਲਤ ਹੋਏ, ਕੋਈ ਮੰਨ ਲਓ ਸਕੂਲ ਕਾਲਜ ਚੰਗੇ ਹੋਣ, ਹਸਪਤਾਲ ਚੰਗਾ ਹੋਵੇ ਕੋਈ, ਤਾਂ ਕੋਈ ਫਰਕ ਪਵੇ ਜੀ ਮੰਨ ਲਓ ਮਾੜਾ ਮੋਟਾ। ਇੱਥੋਂ ਵਿਧਾਇਕ ਰਹੇ ਨੇ ਪ੍ਰੀਤਮ ਕੋਟਭਾਈ ਪਹਿਲਾਂ ਵੀ, ਹੈ ਨਾ? ਤੇ ਹੁਣ ਫਿਰ ਉਹ ਦੁਬਾਰਾ ਚੋਣ ਲੜ ਰਹੇ ਆ। ਕਿੰਨੇ ਕੁ ਵਾਅਦੇ ਆ ਉਹਨਾਂ ਨੇ ਪੂਰੇ ਕੀਤੇ? ਕਿੰਨੇ ਵਾਰ ਤੁਹਾਡੇ ਪਿੰਡ 'ਚ ਆਏ ਸੀਗੇ? ਆਏ ਨਹੀਂ ਜੀ, ਬਿਲਕੁਲ ਨਹੀਂ ਆਈ।
ਕਹਿੰਦੇ ਉਹ ਬੜਾ ਵਿਕਾਸ ਕੀਤਾ, ਕਹਿੰਦੇ ਮੈਂ ਹਲਕਾ ਪੁੱਛੋ ਦਾ ਡਿਸੀਜਨ ਤੁਹਾਨੂੰ ਆ ਜੀ। ਕੋਈ ਕੰਮ ਨਹੀਂ ਹੋਏ ਸਾਡੇ ਪਿੰਡ ਦੇ, ਜਮੇ ਨਹੀਂ ਜਮਾ ਸੌਂ ਹੀ ਨਹੀਂ ਭੰਨੀ। ਫਿਰ ਹੁਣ ਕਿਹਨੂੰ ਚਾਹੁੰਦੇ ਹੋ ਤੁਸੀਂ ਇਸ ਵਾਰ? ਅਸੀਂ ਤਾਂ ਜੀ ਝਾੜੂ ਵਾਲਿਆਂ ਨੂੰ ਚਾਹੁੰਦੇ ਆਂਗੇ, ਝਾੜੂ ਵਾਲੇ ਮੰਗੇ ਕਹਿੰਦੇ ਜੀ। ਝਾੜੂ ਵਾਲੇ ਤੁਹਾਡੀ ਵੋਟ ਉਧਰ ਜਾਊਗੀ ਜਮਾ ਜੀ ਪੱਕੀ 100%। ਕਿਉਂ ਝਾੜੂ ਵਾਲਿਆਂ ਨੂੰ? ਮਤਲਬ ਜਿਵੇਂ ਕਹਿੰਦੇ ਆ ਕਾਂਗਰਸ ਨੇ ਕਹਿੰਦੇ 111 ਦਿਨਾਂ ਦੇ ਵਿੱਚੋਂ ਚੰਨੀ ਆਏ ਸੀ, ਚੰਨੀ ਨੇ ਵਾਅਦੇ ਪੂਰੇ ਕੀਤੇ ਹੈਗੇ। ਆਪਾਂ ਹੀ ਸਾਰਿਆਂ ਮਗਰ ਲੱਗਦੇ ਸੀ ਤਾਂ ਇਕੱਲੇ ਭਗਵੰਤ ਮਾਨ ਦੇ ਫੈਨ ਆ, ਇਕੱਲੇ ਦੇ ਭਗਵੰਤ ਮਾਨ ਜੀ ਭਗਵੰਤ ਮਾਨ ਮਗਰ ਆਈ ਤਾਂ ਬਸ ਜੀ। ਸਤਿ ਸ਼੍ਰੀ ਅਕਾਲ ਜੀ। ਬੋਲ ਦੋ ਕਿ ਤੂੰ ਬੋਲ ਦੇ। ਕੀ ਲੱਗਦਾ ਜੀ ਚੋਣਾਂ ਦਾ ਮਾਹੌਲ ਇਸ ਵਾਰ? ਚੋਣਾਂ ਦਾ ਲੱਗਦਾ ਜੀ ਪਿਛਲੀ ਵਾਰ ਕੈਪਟਨ ਸਾਹਿਬ ਨੇ ਵਾਅਦੇ ਕਰੇ, ਸੁਹਾਂ ਖਾਧੀਆਂ ਸੀਗੀਆਂ, ਗੁਟਕਾ ਸਾਹਿਬ ਨੂੰ ਲੈ ਕੇ ਤਲਵੰਡੀ ਸਾਬੋ ਕਰਨੀ ਹੱਥ ਕਰਕੇ। ਤੁਹਾਨੂੰ ਪਤਾ ਹੀ ਹੈ ਨਾ ਤਾਂ ਕਿਸੇ ਨੂੰ ਆਪਣਾ ਮੁਲਾਜ਼ਮ ਰੱਖਿਆ ਗਿਆ, ਨਾ ਕਿਸਾਨਾਂ ਦੇ ਇਮਾਰਤਾਂ ਦੇ ਵੀ ਕਰਜ਼ੇ ਜਿਹੜੇ ਲੀਤੇ ਮਾਫ ਕਰ ਦੂੰਗਾ। ਤੇ ਵੇਖੋ ਜੀ ਕਿਸੇ ਦਾ 20,000 ਕਰਤਾ, ਕਿਸੇ ਦਾ 30 ਕਰਤਾ, ਕੀ ਕਰਿਆਗਾ? ਕਹਿੰਦੇ ਕੈਪਟਨ ਨੇ ਵਾਅਦੇ ਕੀਤੇ ਸੀ, ਨਹੀਂ ਪੂਰੇ ਕੀਤੇ, ਉਹਨਾਂ ਨੂੰ ਲਾਂਬੇ ਕਰਤਾ ਸੀ। ਕਹਿੰਦੇ ਚੰਨੀ ਲਿਆਂਦੇ ਸੀਗੇ, ਚੰਨੀ ਨੇ 111 ਦਿਨਾਂ 'ਚ ਵਾਅਦੇ ਪੂਰੇ ਕੀਤੇ। ਵਾਅਦੇ ਪੂਰੇ 10 ਕਰੋੜ ਦੇ ਕਰੇ ਆ ਜੀ। 36,000 ਮੁਲਾਜ਼ਮ ਕਿੱਥੇ ਲਾਇਆ ਉਹਨਾਂ ਨੇ? ਕਹਿੰਦੇ ਮੁਆਵਜ਼ਾ ਦੇ ਦਿੱਤਾ ਪੰਜਾਬ ਦੇ ਵਿੱਚ ਕਿਸਾਨਾਂ ਨੂੰ, ਮੁਆਵਜ਼ਾ ਦਿੱਤਾ ਕਹਿੰਦੇ ਫਸਲ। ਹਜੇ ਵੀ ਲੌਂਕਦੇ ਫਿਰਦੇ ਕਿਸਾਨ ਜੀ। ਕਾਈ ਮਹੀਨੇ ਹੋ ਗਏ ਆਪਣਾ ਨਰਮਾ ਚੁਗੇ ਨੂੰ, ਹੁਣ ਦੁਬਾਰੇ ਲੋਕ ਨਰਮਾ ਬੀਜਣ ਨੂੰ ਫੇਰ ਤਿਆਰ ਹੋਏ ਖੜੇ। ਨਹੀਂ ਆਇਆ ਨਾ, ਆਇਆ ਹੀ ਨਹੀਂ। ਕਿਹਨੂੰ ਆਇਆ ਜੀ? ਕਿਸੇ ਨੂੰ। ਹੋਰ ਕੀ ਮੰਗਾਂ ਸੀ ਜਿਹੜੀਆਂ ਹਲੇ ਤੱਕ ਪੂਰੀਆਂ ਨਹੀਂ ਹੋਈਆਂ? ਹੋਰ ਕੀ ਮੰਗਾਂ ਸੀਗੀਆਂ ਜਿਹੜੀਆਂ ਹਲੇ ਤੱਕ ਪੂਰੀਆਂ ਨਹੀਂ? ਸਾਰੀਆਂ ਕਰੀਆਂ ਸੀਗੀਆਂ ਜੀ ਮੰਗਾਂ। ਉਹ ਤਾਂ ਬਥੇਰਾ ਮੰਗਾਂ ਕਰਕੇ ਗਿਆ ਸੀਗਾ, ਮੈਂ ਤੁਹਾਨੂੰ ਭੱਤਾ ਦੇਵਾਂਗਾ, ਮੋਬਾਈਲ ਫੋਨ ਦੇਵਾਂਗਾ। ਉਹ ਤਾਂ ਸਾਡੇ ਆਪ ਦੇ ਵੀ ਡਿੱਗ ਪਏ ਜਿਹੜੇ ਸੀਗੇ ਉਹਦੇ ਮਗਰ। ਮੋਬਾਈਲ ਨਹੀਂ ਮਿਲੇ ਹੈਗੇ? ਮੋਬਾਈਲ ਕਿੱਥੇ ਮਿਲੇ? ਸਾਡੇ ਆਪ ਦੇ ਵੀ ਲੈਣ ਨੂੰ ਤਿਆਰ ਆ ਉਹ। 36,000 ਕਹਿੰਦੇ ਮੁਲਾਜ਼ਮ ਪੱਕੇ ਕੀਤੇ। ਹਾਂ, ਕਿੱਥੇ ਕਰਿਆ? ਖਿਆਲੀ ਵਾਲੇ 'ਚ ਇੱਕ ਉਂਗਲ ਵੀ ਕਰ ਦੇਣ, ਇੱਕ ਉਂਗਲ ਇੱਥੇ ਉਹਦਾ ਕਰਿਆ ਵਿਕਾਸ ਨਰੇਗਾ ਭਵਨ 'ਚ, ਉਸ ਉਹਦੇ ਉੱਤੇ ਆਪ ਲਾਈ ਆਪਣੀ ਆ ਜਿਹੜੀ ਟਾਇਲਟ ਜੀ ਵੱਜਦੀ ਹੈ ਤੇ ਹਾਂ ਇੰਟਰਲੌਕ, ਤੇ ਉਹ ਵੀ ਡਿੱਗੀ ਪਈ। ਸਾਡੀਆਂ ਕੰਧਾਂ ਕੱਢੀਆਂ, ਉਹ ਵੀ ਡਿੱਗਣਗੀਆਂ ਜੀ ਪਾਣੀ ਪੈ ਕੇ। ਪ੍ਰੀਤਮ ਗੌੜ ਬਾਈ ਕਹਿੰਦੇ ਬੜਾ ਵਿਕਾਸ ਕੀਤਾ, ਕਹਿੰਦੇ ਮੈਂ ਭੁੱਚੋ ਮੰਡੀ ਦਾ, ਭੁੱਚੋ ਹਲਕੇ ਦਾ ਭਾਈ ਕੋਟ 'ਚ ਕਰਿਆ ਉਹ, ਤਾਂ ਅਸੀਂ ਤਾਂ ਅੱਜ ਹਾਰ ਪੈ ਗਏ ਇੱਥੇ ਉਹਦੇ। ਆਉਂਦੇ ਆ ਹੁਣ ਵੀ ਆਉਂਦੇ? ਅੱਜ ਵੀ ਅਸੀਂ ਹਾਰ ਪਏ ਸੀਗੇ ਜੀ। ਬਹੁਤ ਵਧੀਆ ਇੱਜ਼ਤ ਹੋਈ ਉਹਦੀ। ਅੱਛਾ, ਹਾਂ। ਫਿਰ ਹੁਣ ਕੀ ਚਾਹੁੰਦੇ ਆ ਆਪਾਂ ਜਿਹੜੇ ਹੁਣ? ਜੀ ਗੱਲ ਸੁਣੋ ਜੀ, 300 ਯੂਨਿਟ ਤੱਕ ਕਰੀਏ ਮਾਫ ਆਪਣੇ ਝਾੜੂ ਵਾਲੇ ਨੇ, ਤੇ ਬੀਬਾ ਜੀ ਆਈ ਸੀ ਉਹਨੇ ਵੀ ਤੁਹਾਡੀ 400 ਕਰਾਂਗੇ। ਹਾਂ, ਤੇ ਜਿਹੜੇ ਕਨੈਕਸ਼ਨ ਆ ਜ਼ਿਮੀਂਦਾਰਾਂ ਦੇ ਵੀ ਉਹ ਤੁਹਾਨੂੰ ਮਹੀਨੇ 'ਚ ਦੇ ਦਿਆਂਗੇ। ਤੇ ਵੇਖੋ ਹੁਣ ਬਣੂਗੀ। ਤੇ ਇੱਕ ਆਪਣਾ ਲੇਡੀ ਨੂੰ ਜਿਹੜੀ ਜ਼ਿੰਮੇਵਾਰ ਹੈ ਉਹ 2-2 ਹਜ਼ਾਰ ਕਹਿੰਦੇ। ਹਾਂ ਜੀ, ਜਿਹਦਾ ਲੀਲਾ ਕਾਰਡ ਆ ਵੀ ਉਹਨੂੰ 2-2 ਹਜ਼ਾਰ ਦੇਣਗੇ, ਖਣੀ ਨਾ ਦੇਣਗੇ, ਜਾਣੇ ਜਿਨ੍ਹਾਂ ਦੇ ਵਾਅਦੇ ਆ। ਚਲੋ ਜੀ ਹੁਣ ਤੁਸੀਂ ਬੋਲ ਦਿਓ। ਆਮ ਆਦਮੀ ਪਾਰਟੀ ਨੇ 1000 ਕਿਹਾ, ਉਹਨਾਂ ਨੇ 2000 ਕਿਹਾ। ਹਾਂ ਹੁਣ ਵੇਖੋ ਜੀ, ਕੀ ਪਤਾ ਅੱਗੇ ਵਾਲੀ ਗੱਲ ਹੋਵੇ। ਅਸੀਂ ਤਾਂ ਵਿਸ਼ਵਾਸ ਨਹੀਂ ਕਰਦੇ, ਨਾ ਬਾਦਲ ਤੇ ਕਰਦੇ, ਨਾ ਆਮ ਆਦਮੀ ਕਰਦੇ। ਕੈਪਟਨ ਜਦੋਂ ਐਡਾ ਬੰਦਾ ਲੀਡਰ ਸੀਗਾ, ਉਹਨੇ ਝੂਠ ਮਾਰ ਕੇ ਕਿਵੇਂ ਲੋਕਾਂ ਨੇ ਵੋਟਾਂ ਪਾਈਆਂ, ਜਵਾਕਾਂ ਨੇ ਬੁੜੀਆਂ ਨੂੰ ਕੁੱਟਿਆ ਵੀ ਤੁਸੀਂ ਵੋਟ ਕੈਪਟਨ ਨੂੰ ਪਾਓ, ਤੇ ਪਾਤੀ ਤੇ ਮੁੜ ਕੇ ਉਹੀ ਲੌਂਕਦੇ ਫਿਰਦੇ ਆ। ਫਿਰ ਇਸ ਵਾਰ ਕਿਹਨੂੰ ਪਾਉਂਗੇ ਵੋਟਾਂ? ਅਕਾਲੀ ਦਲ ਨੂੰ। ਅਕਾਲੀ ਦਲ ਨੂੰ? ਨਹੀਂ ਕਹਿੰਦੇ ਕਿ ਉਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ। ਕਰੇ ਕਿਉਂ ਨਹੀਂ? ਸਾਨੂੰ ਮੋਟਰਾਂ ਦਿੱਤੀਆਂ, ਬਿੱਲ ਸਾਡੇ ਮਾਫ ਕਰੇ, ਆਟਾ ਦਾਲ ਸਾਨੂੰ ਗਰੀਬਾਂ ਨੂੰ ਸਗਨ ਸਕੀਮ ਤੇ ਕਰੀ ਕੌਣ ਆਉਂਦਾ ਨਹੀਂ? ਮੋਟਰਾਂ ਫ੍ਰੀ ਮਿਲ ਗਈਆਂ ਸੀਗੀਆਂ ਤਾਂ ਫ੍ਰੀ ਪੈਸੇ ਲਾ ਕੇ ਤੁਹਾਨੂੰ ਪਾਣੀ ਤਾਂ ਫ੍ਰੀ ਮਿਲਦਾ ਜੀ। ਹੁਣ ਜਾ ਕੇ ਛੱਡਿਆ ਉਹਨੇ ਖੇਤ। ਲੋਕ ਕਹਿੰਦੇ ਅਸੀਂ ਪੈਸੇ ਭਰੇ, ਪਹਿਲਾਂ ਕਹਿੰਦੇ ਉਹਦੇ ਲੱਖ ਰੁਪਏ ਤੇ ਪੈਸੇ ਭਰ ਕੇ ਵੀ ਜੀ ਆਪਣਾ ਹੱਕ ਮਿਲ ਗਿਆ, ਉਹ ਵੀ ਚੰਗੀ ਗੱਲ ਹੈ। ਆਹ 5 ਸਾਲ 'ਚ ਇੱਕ ਕਨੈਕਸ਼ਨ ਦੱਸਦੇ ਖੇਲੇ 'ਚ ਇੱਕੋ ਹੀ, ਮੈਨੂੰ ਕਹਿੰਦੇ ਇੱਕ, ਤੇ 1 ਯੂਨਿਟ ਦੀ ਕੈਪਟਨ ਨੇ ਕੋਈ ਲਾਈਟ ਤਿਆਰ ਕਰੀ ਹੋਈ ਪੰਜਾਬ ਦੇ ਵਿੱਚ। ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਜਮਾ ਜਚੇ ਵੀ ਪਾਵਾਂਗੇ। ਕਿੰਨੇ ਟਾਈਮ ਤੋਂ ਜੁੜੇ ਹੋ ਪਾਰਟੀ ਨਾਲ? ਜਿਉਂ ਜੰਮਿਆ ਉਹਨਾਂ ਨਾਲ ਹੀ ਹਾਂ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਬਈ। ਸਤਿ ਸ੍ਰੀ ਅਕਾਲ ਭਾਈ। ਕੀ ਕਹਿੰਦਾ ਫਿਰ ਮਾਹੌਲ ਹੁਣ? ਮਾਹੌਲ ਦਾ ਤਾਂ ਗੱਲ ਆਏ ਆ ਜੀ, ਇਹ ਜਿਹੜੀਆਂ ਪਾਰਟੀਆਂ ਕੋਈ ਉਧਰ ਜਾ ਵੜਦਾ, ਕੋਈ ਉਧਰ ਜਾ ਵੜਦਾ ਹੈ, ਉਹੀ ਆ ਸਾਰੇ। ਹੁਣ ਇਹ ਸਮਝ ਲਓ ਆਪਣਾ ਝਾੜੂ ਵਾਲਾ ਕਹਿੰਦਾ, ਕੇਜਰੀਵਾਲ ਸਾਹਿਬ ਕਹਿੰਦਾ ਵੀ ਪੰਜਾਬ ਦੇ ਥਰਮਲ ਬੰਦ ਕਰ ਦਿਓ। ਫਿਰ ਉਹਨੇ ਸੁਪਰੀਮ ਕੋਰਟ 'ਚ ਰਿਟ ਪਾਤੀ, ਕਹਿੰਦਾ ਵੀ ਪਾਣੀ ਲੈ ਕੇ ਜਾਣਾ ਮੈਂ। ਸਾਨੂੰ ਤਾਂ ਬੰਜੜ ਬਣਾਉਣ ਨੂੰ ਫਿਰਦਾ ਹੈ। ਸਾਰੇ ਦੇ ਇਹੀ ਹੈ, ਜਿਹੜਾ ਕੋਈ ਵੀ ਮਸਲਾ ਹੈਗਾ ਕੋਈ ਨਾ ਕੋਈ ਤਾਂ ਕਰਦੇ ਨਹੀਂ, ਵਾਅਦੇ ਕਰ ਲੈਂਦੇ ਹੈ। ਤੇ ਹੋਰ ਤੁਹਾਨੂੰ ਕੀ ਲੱਗਦਾ ਫਿਰ ਕਿਹੜੀ ਸਰਕਾਰ ਆਊਗੀ ਹੁਣ? ਕਿਹੜੀ ਸਹੀ ਹੋਊ, ਪੰਜਾਬ ਦੇ ਹਿੱਤ ਦੀ ਹੋਊ? ਸਾਨੂੰ ਤਾਂ ਤਿੰਨੇ ਲੱਗਦੇ ਵੀ ਤਿੰਨੇ ਠੱਗ ਜੇ ਹੈ, ਕੋਈ ਪਤਾ ਨਹੀਂ ਕੋਈ ਆ ਜੇ। ਫਿਰ ਚੌਥਾ ਕਿਹੜਾ ਆਊਗਾ ਜੀ? ਚੌਥਾ ਹੈ ਹੀ ਨਹੀਂ। ਕਿਸਾਨ ਆ ਗਿਆ ਉੱਥੇ? ਕਿਸਾਨ ਆ ਗਏ, ਕਿਸਾਨਾਂ ਨੇ ਆਪ ਆਟੋ ਭੱਟ ਹੋਏ ਪਏ ਆ ਜੀ। ਆਖਦੀ ਕਿਹੜੇ ਇਕੱਠੇ ਆ ਕਿਸਾਨ ਸਾਰੇ। ਫਿਰ ਸਰਕਾਰ ਕਿਸ ਦੀ ਬਣ ਸਕਦੀ ਹੈ ਇਸ ਵਾਰ? ਸਰਕਾਰ ਕੋਈ ਪਤਾ ਨਹੀਂ, ਕੁਝ ਨਹੀਂ ਪਤਾ ਕਿਹਦੀ ਬਣਨੀ ਹੈ। ਤੁਹਾਡਾ ਮਨ ਕਿੱਧਰਲੇ ਪਾਸੇ ਆ ਹੁਣ? ਅਸੀਂ ਤਾਂ ਜੀ ਅਕਾਲੀ ਦਲ 'ਚ ਪਾਵਾਂਗੇ ਵੋਟਾਂ, ਉਹਨੂੰ ਪਾਉਣੇ 30 ਸਾਲ ਦੇ, ਨਾ ਕਿਸੇ ਪਾਸੇ ਹੋਰ ਜਾਗੇ। ਜਿੰਨਾ ਚਿਰ ਜਿਉਣੇ ਪਾਵਾਂਗੇ ਅਕਾਲੀ ਦਲ ਨੂੰ, ਇਸ ਤੋਂ ਬਾਅਦ ਵੇਖੀ ਜਾਊ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ ਜੀ। ਕੀ ਲੱਗਦਾ ਫਿਰ ਤੁਹਾਨੂੰ ਹੁਣ ਇਸ ਵਾਰ? ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਸੀ ਜੀ, ਸਾਨੂੰ ਤਾਂ ਕਿਸੇ ਤੇ ਵਿਸ਼ਵਾਸ ਨਹੀਂ। ਸਾਡੇ ਬੱਚੇ ਰੁਲਦੇ ਫਿਰਦੇ ਆ, ਕੋਈ ਉੱਥੇ ਭੁੱਖਾ ਮਰਦਾ ਕੈਨੇਡਾ 'ਚ, ਕੋਈ ਆਸਟ੍ਰੇਲੀਆ 'ਚ ਭੁੱਖਾ ਮਰਦਾ ਫਿਰਦਾ ਹੈ। ਅਸੀਂ ਬੱਚੇ ਸਾਡੇ ਬਾਹਰ ਨੂੰ ਤੁਰੇ ਜਾਂਦੇ ਆ, ਇੱਥੇ ਕੋਈ ਰੁਜ਼ਗਾਰ ਨਹੀਂ ਦਿੰਦੀਆਂ ਇਹ ਸਰਕਾਰਾਂ। ਅਸੀਂ ਸੋਚਾਂਗੇ ਵੀ ਕਿਹੜਾ ਕੁਝ ਸਾਡੇ ਬੱਚਿਆਂ ਦੇ ਭਵਿੱਖ ਨੂੰ ਠੀਕ ਕਰਦਾ। ਅਜੇ ਸੋਚਿਆ ਨਹੀਂ ਹੈਗਾ? ਅਜੇ ਸੋਚਿਆ ਨਹੀਂ, ਸੋਚੀ ਜਾਂਦੇ ਆ ਵੀ ਕਿਹੜਾ ਸਾਡੇ ਬੱਚਿਆਂ ਨੂੰ ਨੌਕਰੀਆਂ ਕੌਣ ਦੇਊ।
ਜੇ ਕੋਈ ਨੌਕਰੀ ਦਿੱਤੀ ਹੈ ਠੇਕੇਦਾਰੀ ਸਿਸਟਮ ਤੇ ਹੈ 10,000 ਨਾਲ ਕੀ ਹੁੰਦਾ? ਉਹ ਬੱਚਾ ਪੜਾਊ ਕਿ ਆਪਦੀ ਰੋਟੀ ਖਾਊ ਕਿ ਆਪਦੇ ਕੱਪੜੇ ਪਹਿਨੂ ਕਿ ਹੋਰ ਸਬਜ਼ੀ ਵਗੈਰਾ ਲਿਆਊ? ਦਿਨ ਤਾਂ ਫਿਰ ਬਹੁਤ ਥੋੜੇ ਰਹਿ ਗਏ ਆ, ਫਿਰ ਹਾਲੇ ਸੋਚਿਆ ਹੀ ਨਹੀਂ ਤੁਸੀਂ ਕਿ ਕੌਣ ਕੋਈ ਵੇਖਾਂਗੇ ਫਿਰ ਇੱਕਦਮ ਪਰਦਾ ਕਰ ਦਿਆਂਗੇ ਮੁੱਦਾ। ਫਿਰ ਕਿਤੇ ਜਲਦਬਾਜ਼ੀ 'ਚ ਖਰਾਬ ਨਾ ਹੋ ਜਾਏਗਾ। ਅਸੀਂ ਤਾਂ ਆਨੇ ਆ ਵੀ ਸਾਡੇ ਬੱਚਿਆਂ ਦਾ ਭਵਿੱਖ ਬਣੇ, ਕੋਈ ਨੌਕਰੀਆਂ ਦੇਵੇ। ਅਸੀਂ ਹੋਰ ਨਾ ਗੱਲਾਂ ਤੋਂ ਕੀ ਲੈਣਾ ਜਿਹੜੀਆਂ ਸਾਨੂੰ 1000 ਰੁਪਿਆ ਦੇਤਾ 2000 ਰੁਪਿਆ ਸਾਨੂੰ ਮੰਗਤੇ ਬਣਾਉਂਦੇ ਆ। ਇਹ ਲੋਕ ਸਾਨੂੰ ਮੰਗਤੇ ਸਮਝਦੇ ਆ ਵੀ ਸਾਥੋਂ ਮੰਗਣਾ 1000 ਰੁਪਿਆ ਅਸੀਂ ਦੇਵਾਂਗੇ 500 ਦੇਵਾਂਗੇ। ਅਸੀਂ ਕੋਈ ਮੰਗਤੇ ਆ? ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ, ਉਹਨਾਂ ਤੋਂ ਕੰਮ ਕਰ ਲੈਣ। ਫਿਰ ਕਿਹੜਾ ਹੋ ਸਕਦਾ, ਕਿਹੜਾ ਗਰੁੱਪ ਹੋ ਸਕਦਾ ਜਿਹੜਾ ਪੰਜਾਬ ਦੇ ਹਿੱਤ ਲਈ ਕੰਮ ਕਰੂ, ਪੰਜਾਬ ਦੇ ਨੌਜਵਾਨਾਂ ਲਈ ਕਰੂ? ਸਾਰਿਆਂ ਨੇ ਸਾਰੇ ਪੰਜਾਬ ਦਾ ਪਾਣੀ ਪੀਂਦੇ ਆ। ਕਿਸੇ ਵੀ ਪਾਰਟੀ ਨੇ ਪੀਤਾ ਤਾਂ ਉਹਨੇ ਪੰਜਾਬ ਦਾ ਹੀ ਪਾਣੀ ਹੈ ਨਾ। ਜਾਂ ਦੂਜੀ ਪਾਰਟੀ ਨੂੰ ਕੱਟ ਕੇ ਦੂਜੀ 'ਚ ਗਿਆ, ਦੂਜੀ ਨੂੰ ਕੱਟ ਕੇ ਦੂਜੀ 'ਚ ਗਿਆ। ਸੋਚਾਂ ਸਾਰਿਆਂ ਦੀਆਂ ਇਹਨਾਂ ਦੀਆਂ ਜਿਹੜੇ ਲੀਡਰ ਉਹਨਾਂ ਦੀਆਂ ਇੱਕੋ ਹੀ ਹੈ। ਮੈਂ ਤਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ। ਫਿਰ ਵੋਟ ਕਿੱਧਰ ਜਾਊਗੀ ਤੁਹਾਡੀ? ਵੋਟ ਵੇਖਾਂਗੇ, ਨੋਟਾ ਨਾਟਾ ਤੇ ਲਾ ਦਿਆਂਗੇ। ਕਿਸੇ ਨੂੰ ਨਹੀਂ ਪਾਉਂਦੇ? ਕਿਸੇ ਨੂੰ ਨਹੀਂ ਪਾਉਂਦੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਕਿਹਨੂੰ ਪਾ ਰਹੇ ਹੋ ਵੋਟ ਫਿਰ? ਪਾ ਦੇਂਗੇ ਕਿਸੇ ਤਾਂ ਪਾਵਾਂਗੇ। ਕਿਤੇ ਤਾਂ ਪਾਉਣੀ ਹੈਗੀ, ਕਿੱਥੇ ਪਾਉਂਗੇ? ਦੱਸ ਕਿੱਥੇ ਪਾਏਗਾ? ਖੁਦ ਸਰਪੰਚਾ ਦੱਸ ਦੇ। ਸਰਪੰਚ ਹੋ ਤੁਸੀਂ? ਫੈਸਲਾ ਲੈਣ ਲੱਗੇ ਫਿਰ ਬੜਾ ਦੇਰ ਲਾਤੀ ਤੁਸੀਂ। ਕਾਂਗਰਸ ਨੂੰ ਪਾਵਾਂਗੇ। ਇੰਨੀ ਦੇਰ 'ਚ ਫੈਸਲਾ ਲਿਆ ਫਿਰ ਤੁਸੀਂ? ਉਹਨੂੰ ਦੱਸਤਾ ਉਹਨੂੰ ਪਾਉਣੀ ਹੈ। ਕਾਂਗਰਸ ਨੂੰ ਪਾਵਾਂਗੇ। ਕਾਂਗਰਸ ਨੂੰ ਪਾਉਂਗੇ? ਕਿਉਂ ਪਾਉਂਗੇ ਕਾਂਗਰਸ ਨੂੰ? ਸਾਨੂੰ ਬਹੁਤ ਕੁਝ ਦਿੱਤਾ ਹੈ। ਕਹਿੰਦੇ ਉਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਹੈਗਾ। ਦਿੱਤਾ ਕਿਉਂ ਨਹੀਂ? ਸਾਨੂੰ ਦਿੱਤਾ 5 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਕਹਿੰਦੇ ਪੰਜਾਬ ਤੇ ਨਾ ਦਿੱਤਾ ਉਹ ਪਹਿਲਾਂ ਤਾਂ ਦਿੱਤਾ। ਪਹਿਲਾਂ ਕੀ ਕੁਝ ਮਿਲ ਗਿਆ? ਕਹਿੰਦੇ ਕੁਝ ਨਹੀਂ ਮਿਲਿਆ। ਬਹੁਤ ਕੁਝ ਦਿੱਤਾ ਹੈ। ਪਹਿਲਾਂ ਸਾਨੂੰ ਬਹੁਤ ਕੁਝ ਦਿੱਤਾ। ਮਹੀਆਂ ਗਰੀਬਾਂ ਨੂੰ ਵੰਡੀਆਂ, ਕਾਂਗਰਸ ਨੇ ਦਿੱਤੀਆਂ ਨਹੀਂ। ਅੱਛਾ। ਤੇ ਹੁਣ ਸਾਡੇ ਇੱਥੇ ਦਿੱਤੀਆਂ ਪਿੰਡ 'ਚ ਦਿੱਤੇ ਆ ਕਾਂਗਰਸ ਨੇ। ਅੱਛਾ, ਕਾਂਗਰਸ ਨੂੰ ਪਾਉਂਗੇ ਤੁਸੀਂ ਵੋਟ? ਹਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਫਿਰ ਚੋਣਾਂ ਦਾ ਮਾਹੌਲ ਤੁਹਾਨੂੰ ਇਸ ਵਾਰ? ਦੇਖੋ ਜੀ ਠੀਕ ਹੀ ਲੱਗਦਾ ਜੀ, ਚੰਗਾ ਕਿਹਨਾਂ ਦਾ। ਚੰਗਾ ਕਿਵੇਂ, ਮਤਲਬ ਕਿਹੜੇ ਹਿਸਾਬ ਨਾਲ? ਪਰ ਰਲਮਾ ਦਾ ਕੰਮ ਚੱਲੀ ਨਹੀਂ, ਕੋਈ ਫਾਇਦਾ ਤਾਂ ਕਰਦਾ ਨਹੀਂ ਜੀ ਸਾਡਾ। ਅੱਗੇ ਵੀ ਰਲਮਾ ਹੀ ਚੱਲੂਗਾ? ਰਲਮਾ ਹੀ ਚੱਲੂਗਾ ਜੀ। ਫਿਰ ਐਂ ਕਿਵੇਂ ਚੱਲੂਗਾ? ਦੇਖੋ ਜੀ ਕਿਸਮਤ ਕੀ ਆਂਦੀ ਸਾਡੀ ਹੁਣ ਜੇ ਇਹੋ ਜਿਹੀ ਹੈਗੀ ਆ, ਤੁਰੇ ਫਿਰਦੇ ਇਹਨਾਂ ਨੇ ਮਦਦ ਤਾਂ ਦੇਣੀ ਨਹੀਂ ਸਾਨੂੰ ਕੋਈ। ਇਹਦਾ ਟੋਲੂ ਸਾਰੇ ਹੀ ਆ। ਮੈਨੂੰ ਤਾਂ 20 ਸਾਲ ਹੋ ਗਏ ਜੀ, ਮੇਰੀ ਉਮਰ ਦਾ ਨਾ ਕੋਈ ਆਇਆ ਨਫਾ ਨਾ ਘਾਟਾ ਇਹਨਾਂ ਨੇ ਤਾਂ ਵੀ ਕਰਕੇ ਖਾਣੇ। ਕਿਹੜੀ ਪਾਰਟੀ ਨਾਲ ਜੁੜੇ ਹੋ ਤੁਸੀਂ? ਅੱਗੇ ਜੀ ਕਾਲੀਆਂ ਜੁੜੇ ਸੀ, ਹੁਣ ਰਲਮੇ 'ਚ ਹੋ ਗਏ। ਹੁਣ ਸਾਰੇ ਨਾਲ ਜੁੜ ਗਏ? ਸਾਰਿਆਂ ਨਾਲ ਜੁੜ ਗਏ। ਸੱਚੀ ਗੱਲ ਹੈ, ਤੁਹਾਨੂੰ ਦੱਸਦੇ ਆ। ਵੰਡ ਕੇ ਵੋਟਾਂ ਪਾਵਾਂਗੇ। ਅੱਛਾ। ਇੱਕ ਨੂੰ ਨਹੀਂ ਪਾਉਂਦੇ ਸੀ। ਫਿਰ ਤਾਂ ਵਿੱਚ ਵਿਚਾਲੇ ਰਹਿ ਜਾਓਗੇ ਤੁਸੀਂ। ਚਲੋ ਕੀ ਕਿਸਮਤ ਉਹੀ ਬਣ ਜੂ ਜੀ। ਅਸੀਂ ਤਾਂ ਆਹੀ ਰੋਟੀਆਂ ਖਾਣੀਆਂ ਕਮਾਈ ਕਰਕੇ। ਸਾਨੂੰ ਦਿੰਦੇ ਲੈਣ ਦੇ ਨੂੰ ਕੁਛ ਨਹੀਂ ਨੇ, ਪੱਲੇ ਸਾਰੇ ਠੱਗ ਹੀ ਆ। ਨਹੀਂ, ਤੁਸੀਂ ਕਹਿੰਦੇ ਹੋ ਵੀ ਇਹਨਾਂ ਨੇ ਠੱਗ ਹੈਗੇ ਇਹ, ਜੇ ਫਿਰ ਆ ਗਏ ਉਹ ਦੁਬਾਰਾ ਫਿਰ ਵੇਖੀ ਜਾਊਗੀ ਫਿਰ ਕਿਵੇਂ ਹੋਊਗੇ। ਅੱਗੇ 5 ਸਾਲ ਲੰਘੇ ਹੋਰ ਨਗਾ ਲਾਂਗੇ, ਫਿਰ ਛਿੱਤਰ ਖਾਵਾਂਗੇ। ਹੋਰ ਕੀ ਹੈ ਜੀ ਬਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦਾ ਜੀ ਹਲਕਾ ਭੁੱਚੋ ਦਾ ਮਾਹੌਲ ਦੱਸ ਦਿਓ ਸਾਨੂੰ ਪਹਿਲਾਂ। ਸਾਡੇ ਤਾਂ ਜੀ ਮਾਹੌਲ ਮਾਸਟਰ ਜਗਸੀਰ ਸਿੰਘ ਦਾ ਜੀ। ਪਿਛਲੀ ਵਾਰ ਵੀ ਥੋੜ੍ਹੀਆਂ ਵੋਟਾਂ ਦੇ ਹਰੇ ਸੀਗੇ ਤੇ ਐਤਕੀ ਵੀ ਵਧੀਆ। ਪਿੰਡਾਂ 'ਚ ਮੈਂ ਕਿਰਾਏ ਦੀ ਗੱਡੀ ਚਲਾਉਣਾ, ਪਿੰਡਾਂ ਜਾ ਕੇ ਵੀ ਦੇਖਿਆ ਜੀ। ਮਾਹੌਲ ਮਾਸਟਰ ਸਿੰਘ ਜਗਸੀਰ ਸਿੰਘ ਦਾ ਜੀ, ਚੰਗੀਆਂ ਵੋਟਾਂ ਜਿੱਤਣਗੇ। ਕਿਉਂ, ਕਾਰਨ ਕੀ ਹੈ ਕਿ ਇਸ ਵਾਰ ਲੋਕ ਜਿਹੜਾ ਮਾਹੌਲ ਬਦਲਣਾ ਚਾਹੁੰਦੇ ਆ? ਲੋਕ ਜਿਹੜੇ ਪਹਿਲਾਂ ਵਾਲੀਆਂ ਪਾਰਟੀਆਂ ਤੋਂ ਅੱਕ ਗਏ, ਕਿਉਂ ਅੱਕ ਗਏ ਹੈਗੇ? ਰਵਾਇਤੀ ਪਾਰਟੀਆਂ ਨੂੰ 70-75 ਸਾਲ ਹੋ ਗਏ ਜੀ। ਉਹਨਾਂ ਨੇ ਆਪ ਨੂੰ ਪੰਜਾਬ ਨੂੰ ਦਿੱਤਾ ਹੀ ਕੁਛ ਨਹੀਂ ਜੀ। ਉਹਨਾਂ ਨੇ ਬੁਰੀ ਤਰ੍ਹਾਂ ਆਪ ਨੂੰ ਪੰਜਾਬ ਨੂੰ ਕੁੱਟਿਆ ਵੀ ਹੈ, ਲੁੱਟਿਆ ਵੀ ਹੈ। ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ ਜੀ, ਬੇਰੋਜ਼ਗਾਰੀ ਹੋ ਗਈ ਜੀ, ਤੇ ਪੰਜਾਬ ਦੇ ਵਿੱਚ ਕੋਈ ਮਤਲਬ ਨੌਜਵਾਨ ਵਾਸਤੇ ਕੁਛ ਨਹੀਂ ਕਰਿਆ ਜੀ। ਇਸ ਕਰਕੇ ਇਹਦੇ ਲੋਕ ਬਦਲਾਅ ਚਾਹੁੰਦੇ ਜੀ ਵੀ ਆਮ ਆਦਮੀ ਪਾਰਟੀ ਸਰਕਾਰ ਬਣੂਗੀ। ਹਲਕਾ ਭੁੱਚੋ ਤੋਂ ਮਾਸਟਰ ਜਗਸੀਰ ਸਿੰਘ ਜੀ ਚੰਗੀ ਲੀਡ ਨਾਲ ਜਿੱਤਣਗੇ ਜੀ। ਨਸ਼ੇ ਦੀ ਗੱਲ ਕੀਤੀ ਹੈ ਤੁਸੀਂ, ਇੱਥੇ ਕਿੰਨਾ ਕੁ ਨਸ਼ਾ ਹੈਗਾ ਆਪਣੇ? ਨਸ਼ਾ ਤਾਂ ਸਾਰੇ ਪੰਜਾਬ 'ਚ ਹੀ ਹੈ ਜੀ। ਵੀ ਚਿੱਟੇ ਦਾ ਜਿਹੜਾ ਦੌਰ ਪਿੰਡਾਂ 'ਚ ਕਹਿੰਦੇ ਆ ਨਾ ਆਮ ਮਿਲ ਜਾਂਦਾ, ਕਹਿੰਦੇ ਨੌਜਵਾਨ ਤਾਂ ਕਰਕੇ ਕਹਿੰਦੇ ਇਹਦਾ ਆਦੀ ਹੁੰਦੇ ਜਾਂਦੇ ਆ। ਸਾਰੇ ਪਿੰਡਾਂ 'ਚ ਹੀ ਮਿਲਦਾ ਜੀ। ਸਾਡੇ ਪਿੰਡ 'ਚ ਮਤਲਬ ਮਿਲਦਾ ਤਾਂ ਹੈਗਾ, ਬਹੁਤ ਘੱਟ ਆ ਹਜੇ, ਪਰ ਇਹ ਸ਼ੁਰੂ ਹੋ ਗਿਆ। ਤੇ ਜੇ ਨਾ ਸਰਕਾਰਾਂ ਨੇ ਧਿਆਨ ਮਾਰਿਆ ਤੇ ਨਸ਼ਾ ਵੱਧ ਵੀ ਸਕਦਾ ਜੀ। ਇੱਥੋਂ ਜਿਹੜੇ ਹੈਗੇ ਆ ਪ੍ਰੀਤਮ ਕੋਟ ਭਾਈ ਜਿਹੜੇ ਉਮੀਦਵਾਰ ਹੈਗੇ ਆ ਕਾਂਗਰਸ ਦੇ, ਨਾ ਕਹਿੰਦੇ ਹਲਕਾ ਭੁੱਚੋ ਦਾ ਮੈਂ ਵਿਕਾਸ ਬੜਾ ਕੀਤਾ। ਕਹਿੰਦੇ ਲੋਕ ਮੇਰੇ ਨਾਲ ਬਹੁਤ ਜੁੜੇ ਹੋਏ ਆ ਹਲਕਾ ਭੁੱਚੋ ਦੇ, ਜਿਹੜੇ ਮੈਨੂੰ ਦੁਬਾਰਾ ਜਿਤਾਉਣਗੇ। ਨਹੀਂ, ਪਿਛਲੀ ਵਾਰ ਜੀ ਉਹ ਜਿੱਤੇ ਸੀਗੇ, ਐਮਐਲਏ ਬਣੇ ਸੀ ਉਹ, ਪਰ ਉਹਨੇ ਪਿੰਡਾਂ 'ਚ ਕੋਈ ਵਿਕਾਸ ਨਹੀਂ ਕਰਿਆ ਜੀ। ਉਹਨਾਂ ਨੇ ਪਿੰਡਾਂ ਵਿੱਚ ਪਾਰਟੀਬਾਜ਼ੀ ਬਣਾਤੀ ਜੀ। ਹਰੇਕ ਪਿੰਡ 'ਚ 2-2 ਧੜੇ ਬਣਾਤੇ ਜੀ। ਹਰੇਕ ਪਿੰਡ ਦੇ ਵਿੱਚ 2-2 ਬੰਦੇ ਕਾਂਗਰਸ ਦੇ ਸਰਪੰਚ ਖੜੇ ਕਰਤੇ ਜੀ। ਵੀ ਜਿਹੜਾ ਵੀ ਜਿੱਤ ਗਿਆ ਵੀ ਉਹ ਸਾਡਾ ਕਾਂਗਰਸ ਸਰਕਾਰ ਦੇ ਮੰਨਿਆ ਜਾਊਗਾ। ਤੇ ਪਿੰਡਾਂ 'ਚ ਬਹੁਤ ਵੱਡੇ ਪੱਧਰ ਤੇ ਪਾਰਟੀਬਾਜ਼ੀ ਬਣਾਤੀ ਜੀ। ਇਸ ਵਾਰ ਫਿਰ ਬਦਲਾਅ ਲਿਆਉਣ ਦਾ ਮਨ ਬਣਾ ਲਿਆ ਹੈਗਾ ਲੋਕਾਂ ਨੇ? ਨਹੀਂ, ਸਾਰੇ ਲੋਕਾਂ ਨੇ ਬਣਾਇਆ ਜੀ। ਸਾਰੇ ਪੰਜਾਬ ਦੇ ਵਿੱਚ ਹੀ ਆਵਾਜ਼ ਇਹ ਹੈ ਜੀ, ਐਤਕੀ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਜੀ।
ਕਿ ਪੰਜਾਬ ਦਾ ਵਿਕਾਸ ਹੋ ਸਕੇ ਜੀ, ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਜੀ। ਪੰਜਾਬ ਕੀ ਲੱਗਦਾ ਕਿ ਤੁਹਾਨੂੰ ਜੋ ਆਮ ਆਦਮੀ ਪਾਰਟੀ ਆਊਗੀ ਤਾਂ ਇਹ ਵਿਕਾਸ ਕਰ ਸਕਦੀ ਹੈ ਪੰਜਾਬ ਦਾ, ਜਿਹੜੇ ਨੌਜਵਾਨਾਂ ਨੂੰ ਜਿਹੜੇ ਕਰਾਹੇ ਪਏ ਆ ਜਾਂ ਨਸ਼ੇ ਦੇ ਆਦੀ ਹੋਏ ਗਏ ਉਹਨਾਂ ਨੂੰ ਬਚਾ ਸਕਦੀ ਹੈ? ਜਿਸ ਤਰੀਕੇ ਜੀ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਬਣੀ ਹੈ ਜੀ, ਪਹਿਲਾਂ ਨੰਜਿਆਂ ਦੀ ਸਰਕਾਰ ਬਣੀ ਸੀ ਉਹਨਾਂ ਦੀ, ਉਹਨਾਂ ਨੇ ਦੂਸਰੀ ਵਾਰ ਸਰਕਾਰ ਬਣੀ ਜੀ, ਉਹਨਾਂ ਨੇ ਤੀਸਰੀ ਵਾਰ ਸਰਕਾਰ ਬਣੀ, ਉਹਨੇ ਕਹਿ ਕੇ ਕੀਤਾ ਵੀ ਜੇ ਅਸੀਂ ਵਿਕਾਸ ਕੀਤਾ ਸਾਨੂੰ ਵੋਟਾਂ ਪਾਓ, ਜੇ ਅਸੀਂ ਨਹੀਂ ਵਿਕਾਸ ਕੀਤਾ ਸਾਨੂੰ ਨਾ ਵੋਟਾਂ ਪਾਓ। ਤੇ ਤੀਜੀ ਵਾਰ ਵੀ ਉੱਥੇ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ। ਇਸ ਕਰਕੇ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਕੰਮ ਕਰਨਗੇ, ਐਜੂਕੇਸ਼ਨ ਦੇ ਕੰਮ ਕਰਨਗੇ ਜੀ, ਸਿਹਤ ਸੇਵਾਵਾਂ ਦੇ ਕੰਮ ਕਰਨਗੇ ਜੀ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕੀਤਾ ਜੀ। ਔਰਤਾਂ ਨੂੰ ਜਿਹੜੇ ਵਾਅਦੇ ਕਰ ਰਹੇ ਆ ਉਹ ਵਾਅਦੇ ਕਰਦੇ ਨਿਭਾਉਂਦੇ ਆ ਜੀ। ਦਿੱਲੀ ਦੇ ਵਿੱਚ ਜਿੰਨੇ ਵਾਅਦੇ ਪੂਰੇ ਕਰੇ ਸੀਗੇ ਉਦੋਂ ਵੱਧ ਵਾਅਦੇ ਨਿਭਾਤੇ ਉਹਨਾਂ ਨੇ ਜੀ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਉੱਥੇ ਇਹ ਵਾਅਦਾ ਕੀਤਾ ਹੈਗਾ, ਕਹਿੰਦੇ ਮੈਂ ਸਕੂਲ ਖੋਲ੍ਹਣੇ ਆ, ਉੱਥੇ 5-5000 ਜਿਹੜੇ ਬੱਚੇ ਆ ਉੱਥੇ ਪੜ੍ਹਿਆ ਕਰਨਗੇ, ਕਹਿੰਦੇ ਸਪੈਸ਼ਲ ਸਕੂਲ ਬਣਾਉਣੇ। ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਵੀ 19 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਰਾਜ ਕੀਤਾ ਜੀ। ਉਹ ਸਾਰੇ ਲੋਕਾਂ ਨੇ ਰਾਜ ਦੇਖਿਆ ਜੀ, ਉਹਨਾਂ ਨੇ ਲਾਰੇ ਬਹੁਤ ਲਾਤੇ ਜੀ, ਉਹਨਾਂ ਵਿਕਾਸ ਨਹੀਂ ਹੋਇਆ ਜੀ। ਕਦੇ ਤਾਂ ਕਹਿੰਦੇ ਪਾਣੀ ਦੀਆਂ ਬੱਸਾਂ ਚਲਾਵਾਂਗੇ ਜੀ, ਕਦੇ ਹੁਣ ਕਹੀ ਜਾਂਦੇ ਤੁਹਾਡੇ ਮੈਂ ਸਮੁੰਦਰੀ ਜਹਾਜ਼ ਆਪਣੇ ਕਿਨਾਰੇ ਲੱਗਦੇ, ਕਹਿੰਦੇ ਜਹਾਜ਼ ਚਲਾਵਾਂਗੇ ਜੀ। ਉਹ ਸਾਰੇ ਪਾਣੀ ਵਾਲੀ ਗੱਲਾਂ ਹੈ ਜੀ, ਕੋਈ ਵਧੀਆ ਮਤਲਬ ਉਹਨਾਂ ਨੇ ਸੁਝਾਅ ਨਹੀਂ ਦੇ ਰਹੇ ਲੋਕਾਂ ਨੂੰ, ਨਾ ਕੰਮ ਕਰ ਰਹੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਲੱਗਦਾ ਫਿਰ ਤੁਹਾਨੂੰ ਮਾਹੌਲ ਇਸ ਵਾਰ ਚੋਣਾਂ? ਸਾਨੂੰ ਮਾਹੌਲ ਇਹ ਲੱਗਦਾ ਸਾਰੇ ਪੰਜਾਬ 'ਚ ਵੀ ਝਾੜੂ ਜਿੱਤੂਗਾ। ਝਾੜੂ ਕਿਉਂ? ਕਿਉਂਕਿ ਆਏ ਵੇਖ ਲਓ ਜੀ ਨੌਜਵਾਨ ਕਿੰਨੇ ਫਿਰਦੇ ਆ, ਕਿਸੇ ਨੂੰ ਕੋਈ ਕੰਮ ਨਹੀਂ। 60 ਸਾਲ ਕਾਂਗਰਸ ਨੇ ਅਕਾਲੀਆਂ ਨੇ ਰਾਜ ਕੀਤਾ ਹੈ, ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ, ਕੁਝ ਵੀ ਨਹੀਂ ਕੀਤਾ। ਜੇ ਇਹਨਾਂ ਨੇ ਕੀਤਾ ਹੁੰਦਾ ਇਹਨਾਂ ਦੀ ਆਹ ਹਾਲਤ ਨਹੀਂ ਸੀ ਹੁੰਦੀ। ਝਾੜੂ ਵਾਲੇ ਮਗਰ ਲੋਕ ਨਹੀਂ ਸੀ ਲੱਗਦੇ। ਹੁਣ ਜਿਵੇਂ ਅਕਾਲੀ ਦੀ ਕਾਂਗਰਸ ਦੇ ਮਗਰ ਛੱਡ ਕੇ ਲੋਕ ਖੜਾ, ਕਿਉਂ 60 ਸਾਲਾਂ ਵਿੱਚ ਇਹਨਾਂ ਨੇ ਕੰਮ ਹੀ ਨਹੀਂ ਕੀਤਾ। ਜੇ ਕੋਈ ਇਹਨਾਂ ਨੇ ਕੰਮ ਕਰਿਆ ਹੁੰਦਾ ਤਾਂ ਲੋਕ ਇਹਨਾਂ ਦੇ ਨਾਲ ਖੜੇ ਹੁੰਦੇ, ਤਾਂ ਉਹ ਛੱਡ ਕੇ ਲੋਕ ਝਾੜੂ ਨਹੀਂ ਹੋਇਆ। ਜਿਹੜੇ ਕੇਜਰੀਵਾਲ ਦੇ ਕੰਮਾਂ ਤੇ ਭਗਵੰਤ ਮਾਨ ਆ ਸੀਐਮ, ਭਗਵੰਤ ਮਾਨ ਨੂੰ ਇਹਦੀ ਬਣਾਉਣਾ ਸੀਐਮ। ਤੁਹਾਨੂੰ ਨਹੀਂ ਲੱਗਦਾ ਕਿ ਇਸ ਤੋਂ ਪਹਿਲਾਂ ਵੀ ਇਹ ਰਵਾਇਤੀ ਪਾਰਟੀਆਂ ਜਿਹੜੀਆਂ ਲਗਾਤਾਰ ਆਉਂਦੀਆਂ ਰਹੀਆਂ, ਬਦਲ ਕੇ ਆਉਂਦੀਆਂ ਰਹੀਆਂ ਹਨਾ? ਜੇ ਦਿੱਲੀ 'ਚ ਸੰਘਰਸ਼ ਚੱਲਿਆ ਸਾਲ ਭਰ ਤਾਂ ਉੱਥੋਂ ਲੋਕ ਜਾਗਰੂਕ ਹੋਏ ਆ, ਇਹ ਪਹਿਲਾਂ ਕਿਉਂ ਨਹੀਂ ਜਾਗਰੂਕਤਾ ਆਈ ਲੋਕਾਂ ਨੇ? ਇਹ ਜੀ ਗੱਲ ਸੁਣੋ ਮੇਰੀ, ਵੀ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ ਤੀਜੀ ਪਾਰਟੀ ਹੈ ਨਹੀਂ ਸੀ ਕੋਈ। ਕੇਜਰੀਵਾਲ ਸਾਹਿਬ ਆਏ, ਇਹਨਾਂ ਨੇ ਆ ਕੇ ਲੋਕਾਂ ਨੂੰ ਦੱਸਿਆ ਵੀ ਐਂ ਕਰਕੇ ਆਹ ਕੰਮ ਹੁੰਦੇ। ਦਿੱਲੀ ਵੇਖ ਲਓ, ਤੀਜੀ 50 ਦਿਨ ਸਰਕਾਰ ਬਣੀ ਸੀ, 50 ਦਿਨਾਂ ਵਿੱਚ ਕੰਮ ਕਰੇ। ਦੂਜੀ ਸਰਕਾਰ ਬਣਾਈ, ਤੀਜੀ ਵਾਰ ਸਰਕਾਰ ਬਣਾਈ। ਹਾਂ ਦਿੱਲੀ ਦੇ ਵਿੱਚ ਬੋਲਿਆ ਉਹ ਕੇਜਰੀਵਾਲ ਸਾਹਿਬ, ਹਾਂ ਵੀ ਜੇ ਕੰਮ ਕਰਿਆ ਤਾਂ ਸਰਕਾਰ ਮੈਨੂੰ ਵੋਟਾਂ ਪਾ ਦਿਓ, ਨਾ ਪਾਇਓ। ਲੋਕਾਂ ਨੇ ਦੁਬਾਰੇ ਪੂਰੀ ਮੈਜੋਰਟੀ ਨਾਲ ਜਿੱਤਾ। ਇਹ ਤਾਂ ਕਹਿੰਦੇ ਦਿੱਲੀ ਦੇ ਵਿੱਚ ਕੰਮ ਹੀ ਨਹੀਂ ਕੋਈ ਕੀਤਾ ਹੈਗਾ, ਇਹ ਤਾਂ ਝੂਠ ਬੋਲਦੇ ਆ ਕੇ ਲੋਕਾਂ ਨੂੰ ਲਾਲਚ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ। ਇਹ ਇਹਨਾਂ ਦੇ ਗਲਤ ਫਹਿਮੀ ਹੈ। ਮੈਂ ਨਾ ਆਪਣੇ ਟੀਵੀ ਵੇਖਣਾ ਹੁੰਦਾ, ਟੀਵੀ ਦੇ ਵਿੱਚ ਮੇਰਾ ਕੋਈ ਫੌਜ ਨਹੀਂ ਜਾਂਦਾ। ਜੇ ਮੇਰਾ ਫੌਜ ਆ ਮੈਨੂੰ ਜਵਾਬ ਦੇਵਾਂ ਵੀ ਤੁਸੀਂ ਕੀ ਕੀਤਾ ਪੰਜਾਬ 'ਚ। ਚਿੱਟਾ ਵੇਚਿਆ, ਚਿੱਟੇ ਦੇ ਵਪਾਰੀ ਬਣਾਤੇ, ਜਵਾਕ ਨਿੱਕੇ ਨਿੱਕੇ ਲਾਤੇ, ਥਾਂ ਮਿਲੀ ਜਾਂਦਾ ਹੈ, ਥਾਂ ਇਹਨਾਂ ਨੇ ਅੱਡੇ ਬਣਾਤੇ। ਇਹਨਾਂ ਨਾਮ ਨਿਵਾਣ ਕਿੰਨੇ ਫਿਰਦੇ ਨਿਗਾਹ ਮਾਰ ਲਓ। ਕੋਈ ਬੰਦਾ ਕਹਦੇ ਵੀ ਸਾਨੂੰ ਸੁੱਖ ਦੀ ਰੋਟੀ ਦਿੱਤੀ ਇਹਨਾਂ ਨੇ, ਦੁੱਖ ਦੀ ਰੋਟੀ ਦਿੱਤੀ। ਸਕੂਲ ਸਾਡੇ ਡਿੱਗੇ ਪਏ ਹੈ। ਜੇ ਕੇਜਰੀਵਾਲ ਸਾਹਿਬ ਆਊਗਾ, ਭਗਵੰਤ ਮਾਨ ਸਾਹਿਬ ਆਉਣਗੇ ਤਾਂ ਸਾਡੇ ਸਕੂਲ ਬਣਨਗੇ, ਚੰਗੇ ਸਕੂਲ ਬਣਨਗੇ, ਚੰਗੇ ਜਵਾਕ ਪੜ੍ਹਨਗੇ, ਪੜ੍ਹ ਕੇ ਚੰਗੀ ਨੌਕਰੀ ਮਿਲੂਗੀ, ਦੇਊਗਾ ਭਗਵੰਤ ਮਾਨ। ਇਹ ਨਹੀਂ ਗੱਲ ਵੀ ਵਾਅਦੇ ਅਗਲੇ ਲਾਰੇ ਲੂਰੇ ਨਹੀਂ ਗੱਲੇ, ਦੇਊਗਾ। ਹਾਂ ਪੂਰਾ ਵਿਸ਼ਵਾਸ ਸਾਨੂੰ ਭਗਵੰਤ ਮਾਨ ਸਾਹਿਬ ਦੇ, ਸਾਨੂੰ ਨਾ 100% ਪੱਕਾ ਵੀ ਸਾਨੂੰ ਉਹ ਸਾਡੇ ਜਵਾਕਾਂ ਨੂੰ ਕਿੱਥੇ ਲਾਊਗਾ। ਕਹਿੰਦੇ ਉਹ ਸ਼ਰਾਬ ਪੀਂਦਾ, ਕਹਿੰਦੇ ਖੋਦੋ। ਸ਼ਰਾਬ ਕੌਣ ਨਹੀਂ ਪੀਂਦਾ ਜੀ? ਇਹ ਚਿੱਟਾ ਵੇਚਦਾ, ਉਹ ਸ਼ਰਾਬ ਹੀ ਪੀਂਦਾ ਹੈ। ਇਹ ਚਿੱਟਾ ਖਾਂਦੇ ਆ, ਸੁਖਬੀਰ ਵਾਲਾ ਖਾਂਦਾ, ਕੈਪਟਨ ਖਾਂਦਾ ਹੈ, ਤੇ ਸਾਰੇ ਖਾਂਦੇ ਚਿੱਟਾ। ਉਹਦਾ ਕੱਲੀ ਸ਼ਰਾਬ ਹੀ ਪੀਂਦਾ, ਸ਼ਰਾਬ ਤਾਂ ਸਾਰੀ ਦੁਨੀਆ ਪੀਂਦੀ ਹੈ। ਕਹਿੰਦੇ ਕਿਸਾਨ 80% ਕਿਸਾਨ ਸਾਡੇ ਨਾਲ ਹੈ, ਕਹਿੰਦੇ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਨਾਲ ਹੈ। ਸਵਾਲ ਨਹੀਂ ਪੈਣਾ। ਮੇਰੇ ਪਿੰਡ ਦੇ ਵਿੱਚ 2300 ਵੋਟ ਹੈ, 2000 ਭੁਗਤੂਗੀ ਤੇ 1300 ਰੁਪਇਆ 1300 ਮਾਸਟਰ ਨੂੰ ਪਊਗੀ। 2000 ਚੋਂ 1300 ਇਕੱਲੇ ਮਾਸਟਰ ਨੂੰ ਪੈਣੀ ਹੈ। ਤੇ ਕਿਸਾਨ ਵੀ ਆ ਗਏ ਰਾਜਨੀਤੀ ਦੇ ਵਿੱਚ, ਉਹ ਵੀ ਚੋਣ ਲੜ ਰਹੇ। ਕਿਸਾਨ ਆ ਗਏ। ਸਾਡੇ ਰਾਜੋਵਾਲ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ, ਬਹੁਤ ਵੱਡੀ ਗਲਤੀ ਐਂ ਕੀਤੀ। ਜ਼ਿੰਦਗੀ ਦੇ ਵਿੱਚ ਐਡਾ ਵੱਡਾ ਮੋਰਚਾ ਜਿੱਤ ਕੇ ਹੀਰੋ ਬਣ ਗਿਆ ਸੀ ਤੇ ਹੁਣ ਥੱਲੇ ਲੱਗ ਰਿਹਾ ਹੈ। ਕਿਉਂਕਿ ਚੰਗੀ ਪਾਰਟੀ ਦੀ ਹਮਾਇਤ ਕਰਨੀ, ਪਾਸੇ ਤੋਂ ਹਮਾਇਤ ਕਰ ਦਿੰਦੇ ਚੰਗੀ ਪਾਰਟੀ ਦੀ। ਜੇ ਆਪਾਂ ਨੂੰ ਨਾ ਚੰਗੀ ਲੱਗੀ, ਕੋਈ ਕੇਜਰੀਵਾਲ ਆਪਣਾ ਕੋਈ ਉਹ ਨਹੀਂ ਵੀ ਆਪਣਾ ਨਿੱਜੀ ਮਸਲਾ ਹੈ, ਦੁਬਾਰੇ ਆਪਾਂ ਬਦਲ ਦਿਆਂਗੇ ਜੇ ਉਹਨੇ ਕੰਮ ਕਰੇ। ਪਰ ਸਾਨੂੰ ਯਕੀਨ ਹੈ ਵੀ ਕੰਮ ਕਰੂਗਾ। ਨਹੀਂ ਆਉਣਾ ਚਾਹੀਦਾ ਸੀ ਉਹਨਾਂ ਨੂੰ। ਕਿਹਨੂੰ? ਕਿਸਾਨ। ਹਾਂ ਕਿਸਾਨਾਂ ਨੂੰ ਇਹ ਪਾਰਟੀ 'ਚ ਨਹੀਂ ਆਉਣਾ ਚਾਹੀਦਾ ਰਾਜਨੀਤੀ 'ਚ। ਉਹਨਾਂ ਨੇ ਲੱਖਾ ਸਦਾਣਾ ਜਿਹੜਾ ਸੰਘਰਸ਼ ਦੇ ਨਾਲ ਚੱਲਿਆ ਨਾ ਉੱਥੇ, ਤੇ ਹੁਣ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਲੱਖੇ ਸਦਾਣੇ। ਲੱਖੇ ਸਦਾਣੇ ਨੂੰ ਉਮੀਦਵਾਰ ਭਾਈ ਜੀ ਬਣਾਇਆ ਗਿਆ, ਪਰ ਲੱਖੇ ਸਦਾਣੇ ਨੇ ਵੀ ਸੋਚਣਾ ਚੱਲਣਾ ਸੀ, ਨਹੀਂ ਉੱਠਣਾ ਸੀ। ਕਿਉਂ ਉਹਨੇ ਇਕੱਲੇ ਨੇ ਉੱਠ ਕੇ ਜਾਂ ਤਾਂ ਹੁਣ ਇਹ ਜਿਹੜੇ ਸਾਰੇ ਆ ਨਾ ਹੁਣ ਰਲਣਗੇ, ਇਹ ਅਕਾਲੀ ਕਾਂਗਰਸੀ ਭਾਜਪਾ, ਇਹਨਾਂ ਨੂੰ ਐਂ ਡਰ ਹੋਇਆ ਕਿ ਝਾੜੂ ਨਾ ਯਾਰ। ਸਾਰੇ ਪਾਰਟੀਆਂ ਰਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ, ਲੱਖੇ ਸਦਾਣੇ ਨੂੰ ਪਿੱਛੇ ਲੈ ਲੈਣਗੇ। ਜਿੰਨੀਆਂ ਪਾਰਟੀਆਂ ਸਾਰੀਆਂ ਰਲਣਗੀਆਂ ਹੁਣ ਇਹ, ਕਿਉਂ ਇਹਨਾਂ ਨੂੰ ਐਂ ਵੀ ਝਾੜੂ ਵਾਲੇ ਇੱਕ ਵਾਰੀ ਆ ਗਏ 100 ਸਾਲ ਦੀ ਗਰੰਟੀ ਹੈ। ਮੈਂ ਲਿਖ ਕੇ ਦੇਣਾ, ਮੇਰਾ ਵਾਅਦਾ ਹੈ ਵੀ ਮੁੜ ਕੇ ਹਰਾ ਨਹੀਂ ਸਕਦੇ ਇਹ। ਪੂਰਾ ਵਿਸ਼ਵਾਸ ਹੋ? ਹਾਂ ਪੂਰਾ ਹੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦਾ ਮਾਹੌਲ ਜੀ ਫਿਰ ਇਸ ਵਾਰ? ਪਹਿਲਾਂ ਤਾਂ ਮੈਂ ਕਹਿਣਾ ਇੱਕ ਚਾਹੂੰਗਾ,
ਸਾਨੂੰ ਘੱਟ ਤੋਂ ਘੱਟ 40-50 ਸਾਲ ਹੋ ਗਏ ਕਾਂਗਰਸੀ ਸੀ। ਮੇਰੀ ਮਿਸੇਸ ਸਰਪੰਚ ਆ ਪਿਛਲੀ ਵਾਰ। ਮੌਜੂਦਾ ਸਰਪੰਚ ਨੇ? ਮੌਜੂਦਾ ਸਰਪੰਚ ਜੀ। ਮੇਰਾ ਨਾਮ ਇਕਬਾਲ ਸਿੰਘ ਆ। ਸਾਨੂੰ 40-50 ਸਾਲ ਹੋ ਗਏ, ਸਾਡੇ ਦਾਦੇ ਪੜਦਾਦਿਆਂ ਤੋਂ ਅਸੀਂ ਕਾਂਗਰਸ ਦੇ ਵਿੱਚ ਹੀ ਸੀ। ਤੇ ਐਤਕੀ ਸਾਡੇ ਪਿੰਡਾਂ ਦੇ ਜੋ ਮੈਂ ਪ੍ਰੀਤਮ ਕੋਟ ਭਾਈ ਜੀ ਕੋਲੇ ਕੰਮਾਂ ਧੰਦਿਆਂ ਨੂੰ ਜਾਂਦਾ ਰਿਹਾ, ਆਪਣੇ ਕਿਸਾਨੀ ਮਸਲੇ ਹੁੰਦੇ ਆ, ਮੰਨ ਲਓ ਵੀ ਨਹਿਰੀ ਖਾਲ ਦੇ ਹੋ ਗਏ। ਸਾਨੂੰ 5 ਸਾਲ ਹੋ ਗਏ, ਸਾਡੇ ਨਹਿਰੀ ਖਾਲ ਸਾਰਾ ਰਕਬਾ ਹੀ ਉਹਦੇ ਤੇ ਲੱਗਦਾ, ਤੇ ਅਸੀਂ 5 ਸਾਲ ਹੋ ਗਏ ਸਾਨੂੰ ਗੇੜੇ ਮਾਰਦੇ ਨੂੰ, ਖਾਲ ਬਣਾ ਦਿਓ ਜੀ, ਖਾਲ ਬਣਾ ਦਿਓ। ਇੱਕ ਵੀ ਕੰਮ ਮੇਰੇ ਕਹਿਣ ਤੇ ਉਹਨੇ ਪਿੰਡ ਦੇ ਵਿੱਚ ਨਹੀਂ ਕੀਤਾ। ਦੂਜਾ ਜੇ ਉਹਨੇ ਕੀਤਾ ਤਾਂ ਸਾਡੇ ਪਿੰਡ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ। ਅਸੀਂ ਇੱਕ ਹੀ ਬਜ਼ੁਰਗ ਦੀ, ਜਿਹੜਾ ਸਾਡਾ ਪਿੰਡ ਖਿਆਲੀ ਵਾਲਾ, ਸਾਡੇ ਬਜ਼ੁਰਗਾਂ ਦੇ ਨਾਂ ਤੇ ਵੱਜਿਆ। ਜਿੰਨੇ ਪਿੰਡ ਦੇ ਵਸਿੰਦੇ ਆ, ਅਸੀਂ ਇੱਕ ਬਜ਼ੁਰਗ ਦੀ ਔਲਾਦ ਹੀ ਆ। ਤੇ ਅੱਜ ਤੱਕ ਸਾਡੇ ਪਿੰਡ ਨੇੜੇ ਤੇੜੇ ਪਿੰਡਾਂ ਦੇ ਵਿੱਚ ਗਿਣਿਆ ਜਾਂਦਾ ਵੀ ਖਿਆਲੀ ਵਾਲਾ ਇੱਕ ਮੋਰੀ ਲੰਘ ਜਾਂਦਾ। ਪਰ ਪ੍ਰੀਤਮ ਕੋਟ ਭਾਈ ਨੇ ਸਾਡੇ ਪਿੰਡ ਨੂੰ ਬਹੁਤ ਵੱਡਾ ਖੋਰਾ ਲਾਤਾ, ਸਾਡੇ ਪਿੰਡ ਦੇ ਵਿੱਚ ਧੜੇਬੰਦੀ ਬਣਾਤੀ। ਅੱਜ ਤੱਕ ਸਾਨੂੰ ਕਿੰਨੇ ਸਾਲ ਹੋ ਗਏ ਕਾਲੀ ਕਾਂਗਰਸ ਨੂੰ ਵੋਟਾਂ ਪਾਉਂਦਿਆਂ ਨੂੰ। ਅਸੀਂ 1-2 ਦਿਨ ਜ਼ਰੂਰ ਨਾਰਾਜ਼ਗੀ ਹੁੰਦੀ ਹੈ ਜਦੋਂ ਵੋਟਾਂ ਪੈ ਜਾਂਦੀਆਂ, ਜਿੱਤ ਹਾਰ ਹੋ ਜਾਂਦੀ ਆ, ਪਰ ਉਸ ਤੋਂ ਬਾਅਦ ਸਾਡੇ ਬਜ਼ੁਰਗ ਆਮ ਹੀ ਸਾਨੂੰ ਇਕੱਠੇ ਬੈਠੇ ਮਿਲਣਗੇ। ਫਿਰ ਆ ਗਿਆ ਕੋਟ ਭਾਈ ਤਾਂ ਫਿਰ ਉਮੀਦਵਾਰ ਬਣ ਕੇ ਆ ਗਏ ਤੁਹਾਡੇ ਕੋਲ ਵੋਟਾਂ ਮੰਗਣ। ਫਿਰ ਅੱਜ ਹੀ ਦਵੱਲੇ ਹੀ ਪਿੰਡੋਂ ਲੋਕਾਂ ਨੇ ਵਿਰੋਧ ਕੀਤਾ, ਪੂਰਾ ਵਿਰੋਧ ਕੀਤਾ ਜੀ ਉਹਨਾਂ ਲੋਕਾਂ ਨੇ। ਅੱਜ ਹੀ ਪਿੰਡੋਂ ਦਵੱਲਿਆ। ਉਹ ਤਾਂ ਕਹਿੰਦੇ ਵਿਕਾਸ ਬੋਲਦਾ ਮੇਰਾ ਹਲਕਾ ਪੁੱਚੋ ਦਾ ਜਿਹੜਾ ਵਿਕਾਸ। ਉਹ ਮੈਨੂੰ ਦੱਸਦੇ ਵੀ ਕੀ ਦਿੱਤਾ ਖਿਆਲੀ ਨੇ। 14ਵੇਂ-15ਵੇਂ ਵਿੱਤ ਕਮਿਸ਼ਨ ਤੋਂ ਬਿਨਾ ਸਾਡੇ ਪਿੰਡ ਦੇ ਵਿੱਚ ਇੱਕ ਵੀ ਗ੍ਰਾਂਟ ਨਹੀਂ ਦਿੱਤੀ। ਉਲਟਾ ਜੇ ਉਹਨੇ ਦਿੱਤੀ ਆ ਤਾਂ ਉਹ ਜਿਹੜੀ ਆਪਦੇ ਠੇਕੇਦਾਰ ਆਪਦੀ ਫੈਕਟਰੀਆਂ ਲੱਗੀਆਂ, ਉਹ ਹੁਣ ਜਿਹੜੀਆਂ ਗ੍ਰਾਂਟਾਂ ਆਈਆਂ ਜੀ 15 ਕਰੋੜ ਰੁਪਈਆ ਆਇਆ ਘੱਟ ਤੋਂ ਘੱਟ, ਉਹ ਸਾਰਾ ਉਹਦੇ ਕੋਲੇ ਹੀ ਆ। ਸੜਕਾਂ ਕਦੇ ਤੁਸੀਂ ਵੇਖਿਆ ਵੀ ਐਮਐਲਏ ਆਪਦੇ ਕੋਟੇ? ਕੋਈ ਗ੍ਰਾਂਟ ਨਹੀਂ ਹਲੇ ਤੱਕ? ਕੋਈ ਗ੍ਰਾਂਟ ਨਹੀਂ ਦਿੱਤੀ, ਇੱਕ ਵੀ ਗ੍ਰਾਂਟ ਆਪਣੇ। ਮੈਂ ਉਹਨੂੰ ਭਾਵੇਂ ਦੱਸ ਦਿਓ, ਮੇਰੇ ਪਿੰਡ ਵੀ ਆਇਆ ਸੀ, ਮੈਂ ਪਿੰਡ ਅਲੌਸਮੈਂਟ ਦੇ ਵਿੱਚ ਵੀ ਉਹਨੂੰ ਸਾਹਮਣੇ ਕੱਲ੍ਹ ਹੀ ਮੈਂ ਬੋਲੇ, ਮਾਸਟਰ ਜੀ ਆਏ ਸੀ, ਸਾਰੇ ਪਿੰਡ ਦੇ ਸਾਹਮਣੇ ਸੱਚ ਦੱਸ ਚੁੱਕਿਆ ਕਿ ਮੈਂ ਝਾੜੂ ਦੇ ਵਿੱਚ ਰਲ ਗਿਆ। ਸਾਰਾ ਪਰਿਵਾਰ, ਇੱਕ ਨਹੀਂ, ਅਸੀਂ ਪਿਛਲਾ ਪੁਰਾਣੀ ਪੰਚਾਇਤ ਤੇ ਨਵੀਂ ਪੰਚਾਇਤ 80 ਪਰਿਵਾਰ ਅਸੀਂ ਕਾਂਗਰਸ ਨੂੰ ਛੱਡ ਕੇ ਇਹ ਆਮ ਆਦਮੀ ਪਾਰਟੀ ਮਾਸਟਰ ਜਗਸੀਰ ਜੀ ਨਾਲ ਰਲ ਗਏ। ਉੱਥੇ ਸਰਪੰਚ ਸਾਹਿਬ ਇਹ ਵੀ ਜਿਹੜੇ ਹੈਗੇ ਆ ਸਵਾਲ ਉਠਾਉਂਦੇ ਆ ਲੋਕ, ਕਹਿੰਦੇ ਵੀ ਜਿਹੜੇ ਕੈਪਟਨ ਜਾਂ ਚੰਨੀ ਸਾਹਿਬ ਸੀਗੇ ਉਹ ਸਹੀ ਕੰਮ ਕਰਦੇ ਆ, ਵੀ ਮਤਲਬ ਉਹ ਵਾਅਦੇ ਆ ਜਿਹੜੇ ਕਰਦੇ ਆ ਉਹ ਨਿਭਾਉਂਦੇ ਆ, ਪਰ ਜਿਹੜੇ ਲੀਡਰ ਆ, ਮੂਹਰਲੇ ਲੀਡਰ ਆ, ਇਹ ਪਾਰਟੀ ਨੂੰ ਖਰਾਬ ਕਰਦੇ ਆ। ਤੁਸੀਂ ਮੰਨਦੇ ਹੋ ਇਸ ਨੂੰ? ਕੈਪਟਨ ਸਾਹਿਬ ਤਾਂ ਜੀ ਆਪ ਤੁਸੀਂ ਵੇਖਿਆ ਹੀ ਹੈ, 4.5 ਸਾਲ ਨਿਕਲੇ ਹੀ ਨਹੀਂ ਬਾਹਰ। ਉਹ ਤੋਂ ਤਾਂ ਮੈਨੂੰ ਪਤਾ ਵੀ ਸਿਮਲਾ ਸੁਮਲਾ ਹੀ ਲੂਟ ਆਇਆ ਹੈ। ਚੰਨੀ ਸਾਹਿਬ ਵਿਚਾਰਾ 3 ਕੁ ਮਹੀਨੇ ਉਹਨਾਂ ਨੇ ਬਣਾਤਾ ਵੀ ਇਹਨੇ ਨਾਲ ਜਿਹੜੇ ਸਾਡੇ ਕਾਂਗਰਸੀ ਖੜ ਜਾਣਗੇ ਲਾਰਿਆਂ ਤੇ, ਲਾਰੇ ਲਾਈ ਗਿਆ ਆ ਤੁਹਾਡਾ ਆਹ ਕਰ ਦਿਆਂਗੇ, ਤੁਹਾਡਾ ਫਲਾਨਾ। ਕੋਈ ਇੱਕ ਵੀ ਕੰਮ ਦੱਸਦੇ ਚੰਨੀ ਸਾਹਿਬ ਨੇ ਸਾਡੇ ਪਿੰਡ ਜਾਂ ਨੇੜੇ ਤੇੜੇ ਕਿਤੇ ਏਰੀਏ 'ਚ ਕੀਤਾ ਹੋਵੇ। ਐਲਾਨਾਂ ਤੋਂ ਬਿਨਾਂ ਕੁਛ ਚੰਨੀ ਸਾਹਿਬ ਨੇ ਨਹੀਂ ਕੀਤਾ ਜੀ। ਸਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੁਣ ਪੰਜਾਬ ਦੇ ਹਿੱਤ ਦੀ ਗੱਲ ਕਰੂਗੀ, ਪੰਜਾਬ ਦੇ ਜਿਹੜੇ ਮੁੱਦੇ ਆ ਉਹ ਚੁੱਕੂਗੀ। ਹਾਂ ਕਰੂਗੀ ਜੀ। ਭਗਵੰਤ ਮਾਨ ਨੂੰ ਤੁਸੀਂ ਵੇਖ ਲਓ ਜੀ, ਲੋਕਾਂ ਨੇ ਦੂਜੀ ਵਾਰ ਉਹਨੂੰ ਆਪਣਾ MP ਬਣਾਤਾ। ਜੇ ਉਹਨੇ ਕੁਝ ਕਰਿਆ ਜਾਂ ਸਾਡੇ ਖਾਤਰ ਉਹ ਬੋਲਦਾ ਰਿਹਾ, ਤੁਸੀਂ ਇਹ ਤਾਂ ਵੇਖਦੇ ਨਾ ਮੀਡੀਆ ਦੇ ਵਿੱਚ ਵੀ ਭਗਵੰਤ ਮਾਨ ਹੀ ਜਿਹੜਾ ਕੱਲਾ ਜਾ ਕੇ ਲੋਕ ਸਭਾ ਦੇ ਵਿੱਚ ਬੋਲਦਾ ਆ। ਹੁਣ ਵੀ ਪ੍ਰਚਾਰ ਛੱਡ ਕੇ ਉਹ ਜਾ ਕੇ ਗੰਨੇ ਦੇ ਉੱਥੇ ਸੀਗਾ, ਉਹਦੇ ਬੋਲਿਆ ਜਾ ਕੇ ਕਿਸਾਨਾਂ ਦੇ ਹਿੱਤਾਂ 'ਚ ਵੀ ਇਹਨਾਂ ਦੇ ਜਿਹੜਾ ਆਹ ਕੰਮ ਹੋਣੇ ਚਾਹੀਦੇ ਆ। ਜੇ ਜਿਹੜਾ ਬੰਦਾ ਅੱਜ ਸਾਡੀ ਬੁਲੰਦ ਆਵਾਜ਼ ਕਰਦਾ, ਕਿਉਂ ਨਾ ਜਦੋਂ ਉਹਨੂੰ ਪੰਜਾਬ ਦਾ ਅਹੁਦਾ ਮਿਲ ਜੂ, CM ਬਣ ਜੂ, ਤੇ ਫਿਰ ਪੰਜਾਬ ਦੇ ਲੋਕਾਂ ਬਾਰੇ ਉਹ ਕਿਉਂ ਨਾ ਬੋਲੂਗਾ ਜੀ? ਉਹਨੂੰ ਕਹਿੰਦੇ ਸ਼ਰਾਬ ਪੀਂਦਾ, ਕਹਿੰਦੇ ਇਹੀ ਕਹਿੰਦੇ ਸ਼ਰਾਬ ਤਾਂ ਸਾਰੀ ਨੌਜਵਾਨਾਂ ਨੂੰ ਜਿਹੜਾ ਨਸ਼ੇ ਤੇ ਲਾਣਗੇ ਉਹ। ਸ਼ਰਾਬ ਤਾਂ ਸਾਰੀ ਦੁਨੀਆ ਹੀ ਪੀਂਦੀ, ਅਸੀਂ ਵੀ ਪੀ ਲੈਂਦੇ ਆ ਸ਼ਰਾਬ। ਨਾਲ ਕੋਈ ਕੈਪਟਨ ਵਰਗੇ ਕਿਹੜਾ ਪੀਂਦੇ ਨਹੀਂ, ਬਾਦਲ ਕੇ ਵੀ ਪੀ ਲੈਂਦੇ ਆ, ਅੰਮ੍ਰਿਤ ਛਕ ਕੇ ਇਹ ਵੀ ਪੀ ਲੈਂਦੇ ਆ ਹੈ। ਦਾਰੂ ਤਾਂ ਸਾਰੇ ਲੋਕ ਹੀ ਪੀਂਦੇ ਆ, ਕੋਈ ਦਾਰੂ ਪੀਣ ਵਾਲੇ ਨਹੀਂ ਉਹਨੂੰ ਸ਼ਰਾਬੀ ਨਹੀਂ ਕਹਿ ਸਕਦੇ। ਇਹ ਤਾਂ ਸ਼ਾਮ ਨੂੰ ਨੀਂਦ ਆਉਣੀ ਚਾਹੀਦੀ, 2 ਪੈਗ ਲਾ ਕੇ ਸੌਂ ਜਾਂਦਾ ਇਹਨੇ ਨਾਲ ਵਿਚਾਰਾ, ਹੋਰ ਥੱਕਿਆ ਹੰਬਿਆ ਹੁੰਦਾ। ਜੇ ਉਹਨੇ ਲਾ ਲਈ ਫੇਰ ਕੀ ਹੋਗੀ? ਜਿਵੇਂ ਕਿ ਆਪਾਂ ਪਿੰਡ ਦੇ ਕੰਮ ਲਾ ਲਈਏ, ਕਹਿੰਦੇ ਗਲੀਆਂ ਨਾਲੀਆਂ ਹੁੰਦੀਆਂ ਨਾ ਮੇਨ ਕੰਮ, ਪਰ ਇਹੋ ਜਿਹੇ ਕਿਹੜੇ ਕੰਮ ਸੀ ਜਿਹੜੇ ਤੁਹਾਡੇ ਲਟਕਦੇ ਰਹਿ ਗਏ, ਪੂਰੇ ਨਹੀਂ ਹੋਏ ਜਿਹੜੇ ਉਹਨਾਂ ਦੇ ਰਾਜ ਦੇ? ਸਾਡਾ ਸਕੂਲ ਆ ਜੀ, ਇੱਥੇ ਜਿਹੜੇ ਸਾਡੇ ਬੱਚੇ ਆ ਪੁੰਜੇ ਬਹਿੰਦੇ ਆ, ਸਾਰਾ ਕੱਚਾ ਪਿਆ ਵਿੱਚੋਂ। ਮੈਂ ਤੇ ਸਾਡੇ 15 ਲੱਖ ਰੁਪਈਆ ਵੀ ਆ ਗਿਆ ਸਕੂਲ ਦਾ, ਉਹ ਵਾਪਸ ਹੋ ਗਿਆ। ਮੈਂ ਪ੍ਰੀਤਮ ਕੋਟ ਭਾਈ ਜੀ ਨੂੰ ਜਾ ਕੇ ਆਖਿਆ 15 ਲੱਖ ਸਾਡੇ ਕਮਰੇ ਢਹਿਣ ਵਾਲੇ ਆ, ਵੀ ਉਹ ਤੁਸੀਂ ਆਪਣੇ DO ਸਾਹਿਬ ਨੂੰ ਆਖੋ ਵੀ ਇਹ 2 ਕਮਰੇ ਸਾਡੀ ਗ੍ਰਾਂਟ ਵਾਪਸ ਕਰੇ। ਇੱਕ ਵੀ ਗੱਲ ਨਹੀਂ ਸੁਣੀ। ਜਿਹੜੇ ਸਕੂਲਾਂ ਖਾਤਰ ਸਾਨੂੰ ਸਿੱਖਿਆ, ਜਿੱਥੋਂ ਸਾਡੇ ਬੱਚਿਆਂ ਨੇ ਪੜ੍ਹਨਾ, ਜਿੱਥੋਂ ਨਾ ਭਵਿੱਖ ਸੰਵਰਨਾ, ਉਹੀ ਚੱਜਦਾ ਨਹੀਂ ਜੀ। ਬਾਥਰੂਮਾਂ ਦਾ ਹਾਲ ਵੇਖ ਲਓ ਜਾ ਕੇ। ਵਾਪਸ ਕਿਉਂ ਹੋ ਗਈ? ਉਹ ਧੜੇਬੰਦੀ ਕਰਕੇ ਹੋ ਗਈ ਜਾਂ ਬਸ ਉਹਨਾਂ ਦਾ ਹਾਂ ਸੀਗਾ ਵੀ ਇਹਦੇ ਰਾਜ 'ਚ ਬਣ ਗਿਆ, ਇਕਬਾਲ ਦਾ ਨਾਂ ਵੱਜੂਗਾ, ਇਹੀ ਕਾਰਨ ਹੈ ਜੀ। ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਧੜੇਬੰਦੀ। ਪ੍ਰੀਤਮ ਕੋਟ ਭਾਈ ਨਹੀਂ ਚਾਹੁੰਦਾ ਸੀ ਵੀ ਇਕਬਾਲ ਦੇ ਰਾਹੀਂ ਕੋਈ ਕੰਮ ਕਰਾਂ। ਤੁਸੀਂ ਕਿਹੜੀ ਪਾਰਟੀ ਨਾਲ? ਪਹਿਲਾਂ ਕਾਂਗਰਸ? ਮੈਂ ਕਾਂਗਰਸੀ ਹਾਂ ਜੀ, ਮੈਂ ਪਹਿਲਾਂ 40 ਫਿਰ ਵੀ ਉਹਨਾਂ ਨੇ ਕਿਉਂ ਰੋਕਿਆ? ਹਾਂ ਇਹੀ ਕਾਰ। ਮੈਂ ਨਾ ਆਵਾਜ਼ ਉਠਾਉਂਦਾ ਲੋਕਾਂ ਦੀ, ਗਰੀਬਾਂ ਦੀ ਆਵਾਜ਼। ਮੈਂ ਜਿਹੜੀ ਗੱਲ ਉਹ ਤੋਂ ਮੈਂ ਮੰਗ ਕੇ ਧੱਕੇ ਨਾ ਜਾ ਕੇ ਕਹਿੰਦਾ ਵੀ ਆਹ ਕੰਮ ਕਰੋ, ਉਹ ਸੱਚ ਇਹਨਾਂ ਲੋਕਾਂ ਨੂੰ ਚੁੱਭਦਾ ਨਹੀਂ। ਇਹ ਲੋਕ ਪਤਾ ਭਾਲਦੇ ਆ। ਇਹਨਾਂ ਨੇ ਬਹੁਤ ਜ਼ਿਆਦਾ ਪੈਸਾ ਇਕੱਠਾ ਕਰਿਆ ਸਾਡੇ ਪੰਚਾਂ ਸਰਪੰਚਾਂ ਤੋਂ, ਲੱਖਾਂ ਰੁਪਏ ਲਏ। ਮੈਂ ਇੱਕ ਪੰਜੀ ਨਹੀਂ ਦਿੱਤੀ, ਨਾ ਮੈਂ ਦਿੱਤੀ ਆ ਨਾ ਮੈਂ ਲਵਾਂ। ਮੈਂ ਉਹਨੂੰ ਇੱਕ ਗੱਲ ਆਖੀ ਸੀ, ਮੈਂ ਕਿਹਾ ਜੀ ਮਦਦ ਕਰੀ ਜਾਂਦਾ। ਮੈਂ ਇਹਨੂੰ ਇੱਕੋ ਗੱਲ ਆਖੀ ਸੀ, ਮੈਂ ਕਿਹਾ ਨਾ ਅਸੀਂ ਤੁਹਾਡੀਆਂ ਵੋਟਾਂ ਵੇਲੇ ਸੋਥੋਂ ਪੈਸੇ ਲਏ ਆ, ਤੁਹਾਡੇ ਜਿਹੜੇ ਪੋਲਿੰਗ ਬੂਥ ਹੈ ਜੀ ਪਹਿਲਾਂ ਤੋਂ ਆਪ ਹੀ ਲਾਉਣੇ, ਆਪ ਹੀ ਸਾਰਾ ਖਰਚਾ ਕਰਦੇ, ਨਾ ਲਏ ਆ ਤੇ ਨਾ ਮੈਂ ਤੈਨੂੰ ਕਾਸੇ ਦੇ ਦੇਵਾਂ। ਉਹਦਾ ਮਾਸਟਰ ਬਲਜਿੰਦਰ PA ਇੱਕ,
ਉਹ ਵੀ 25000 ਰੁਪਇਆ ਕਹਿੰਦਾ ਮੈਨੂੰ ਦੇ ਦਿਆ ਕਰ। ਕਿੱਥੋਂ ਦੇ ਦਿਆਂਗੇ ਜੀ ਆਪਾਂ 25,000 ਕਿਸੇ ਨੂੰ? ਅੱਛਾ, ਤੁਹਾਨੂੰ ਕਹਿੰਦੇ ਸੀਗੇ ਸਾਨੂੰ ਦੇ ਦਿਆ ਕਰੋ। ਮੈਥੋਂ ਵੀ ਪੈਸੇ, ਮੈਂ ਕਿਹਾ ਮੈਂ ਪੈਸੇ ਨਹੀਂ ਕਿਸੇ ਨੂੰ ਦਿੰਦਾ। ਆਪਾਂ ਕਿਹੜਾ ਕੋਈ ਠੱਗੀ ਚੋਰੀ ਕਰਨੀ ਹੈ ਜਾਂ ਸ਼ਰਾਬ ਵੇਚਣੀ ਹੈ ਜਾਂ ਬਲੈਕ ਕਰਨੀ ਹੈ। ਸਾਰੇ ਪਿੰਡ ਨੂੰ ਪਤਾ ਮੇਰੇ ਬਾਰੇ ਵੀ ਇਕਬਾਲ ਕਹੇ ਜਾਂ ਬੰਦਾ। ਮੈਂ ਤਾਂ ਖੜੇ ਮੈਦਾਨ, ਰੜੇ ਮੈਦਾਨ 'ਚ ਖੜ ਕੇ ਹਰ ਇੱਕ ਗੱਲ ਦੱਸਣ ਵਾਲਾ ਲੋਕਾਂ ਨੂੰ ਵੀ ਆਹ ਗੱਲ ਆ ਭਈ ਇਹਨੇ ਆਹ ਗ੍ਰਾਂਟ ਆਪਾਂ ਨੂੰ ਨਹੀਂ ਦਿੱਤੀ, ਮੈਂ ਤੁਹਾਡੇ ਕੰਮ ਕਿੱਥੋਂ ਕਰਾਂ। ਫਿਰ ਇਸ ਵਾਰ ਪਿੰਡ ਜਿਹੜਾ ਆਮ ਆਦਮੀ ਪਾਰਟੀ ਨਾਲ ਖੜਾ? ਹਾਂ, ਸਾਰੇ ਪਿੰਡ ਹੀ ਮੇਰੇ ਨਾਲ ਹੀ ਲੋਕ ਆ, ਜਿੰਨੇ ਨੌਜਵਾਨ ਖੜੇ ਆ। ਅੱਜ ਵੀ ਪੁੱਛ ਲਓ, ਅੱਜ ਵੀ ਮੇਰੇ ਨਾਲ ਖੜੇ ਆ। ਪਿੰਡ ਸਾਡੇ ਅੱਜ ਬੋਲਣ ਲੱਗਾ ਜੀ, ਕਹਿੰਦਾ ਜੀ ਸਰਪੰਚ ਨਾਲੋਂ ਵੱਧ ਵੋਟ ਕੱਢਣੀ ਹੈ, ਉਹਨੂੰ ਪਤਾ ਲੱਗ ਜੇ ਵੀ ਪਿੰਡ ਦੇ ਲੋਕ ਇਹਦੇ ਨਾਲ ਨਹੀਂ। ਆ ਜਿੰਨੇ ਵੀ ਨੌਜਵਾਨ ਇੱਥੇ ਖੇਡੀ ਜਾਂਦੇ ਆ, ਇਹਨਾਂ ਨੂੰ ਜਾ ਕੇ ਪੁੱਛ ਲਓ ਵੀ ਤੁਸੀਂ ਇਕਬਾਲ ਨਾਲ ਹੈ, ਪ੍ਰੀਤਮ ਮਾਸਟਰ ਨਾਲ ਹੈ, ਇਹ ਸਾਰੇ ਆਮ ਆਦਮੀ ਪਾਰਟੀ ਨਾਲ ਹੀ ਹੈ। ਉਹਦਾ ਮੁੰਡਾ ਆਏ ਥੋੜ੍ਹੇ ਦਿਨ, ਉਹਦੇ ਨਾਲ 5 ਜਣੇ ਆਏ, ਇੱਥੇ ਮੇਰੇ ਨਾਲ 80 ਜਣੇ ਆਏ। ਇੱਥੇ ਉਦੋਂ ਵੀ ਪੂਰਾ ਵਿਰੋਧ ਹੋਇਆ, ਜਿਮ ਦੇ ਵਿੱਚ ਆਇਆ ਸੀਗਾ। ਤੇ ਉਹਨੂੰ ਮੈਂ ਪੁੱਛਿਆ ਵੀ ਮੈਂ ਤੂੰ ਆ ਸਾਡੇ ਪਿੰਡ ਦੇ ਵਿੱਚ ਆ ਪਾੜ ਪਾਤਾ ਤੇਰੇ ਪਿਓ ਨੇ, ਤੇ ਤੁਸੀਂ ਦੋਨੇ ਜਣ ਤੁਹਾਡਾ ਦੇਣ ਆ ਸਾਡੇ ਪਿੰਡ ਨੂੰ। ਫਿਰ ਕੀ ਬੋਲੇ? ਬੋਲਣਾ ਕੀ, ਉਹ ਕਹਿੰਦਾ ਅਸੀਂ ਕੀ ਕਰਿਆ? ਮੈਂ ਕਿਹਾ ਜੀ ਤੁਹਾਨੂੰ ਕਿੰਨੇ ਵਾਰੀ ਆਖਿਆ ਸਾਡੇ ਦੋਨਾਂ ਧਿਰਾਂ, 2 ਧਿਰਾਂ ਜਦੋਂ ਅਸੀਂ ਸਰਪੰਚੀ 'ਚ ਉੱਠੇ, ਦੋਨੇ ਕਾਂਗਰਸੀ ਉੱਠੇ, ਇੱਕ ਨੂੰ ਤੁਸੀਂ ਕਿਉਂ ਨਹੀਂ ਆਖਿਆ 2.5 ਸਾਲ ਕਰਾ ਦਿਓ? ਮੈਂ ਇਹ ਵੀ ਆਖਿਆ ਵੀ ਸਾਡਾ ਭਾਈਚਾਰਾ ਉਸ ਵਿੱਚ, ਸਾਡੇ ਅਸੀਂ ਇੱਕ ਪਰਿਵਾਰ ਦੇ ਦੋਨੇ ਜੀ ਭਰਾ ਆ। ਦੋਨੋਂ ਕਾਂਗਰਸੀ ਸਰਪੰਚ ਲੜੇ ਸੀਗੇ। ਇੱਕੋ ਪਰਿਵਾਰ ਸਾਡਾ, ਐਂ ਲਾ ਲਓ ਵੀ ਇੱਕੋ ਪਰਿਵਾਰ ਹੀ ਆ, ਸਕੇ ਆ ਅਸੀਂ, ਆ ਦਾਦੇ ਪੜਦਾਦੇ ਸਾਡੇ ਦੋਨਾਂ ਦੇ ਵਿੱਚ। ਉਹਨੂੰ ਕਹਿੰਦਾ ਮੈਂ ਤੈਨੂੰ ਜਿਤਾਉਂਗਾ, ਤੂੰ ਬੈਠੀ ਨਾ। ਉਹਨੂੰ ਬੈਠਣ ਨਹੀਂ ਦਿੱਤਾ। ਲੋਕ ਮੈਨੂੰ ਚਾਹੁੰਦੇ ਸੀ ਇਕਬਾਲ ਨੂੰ ਸਰਪੰਚ ਬਣਾ ਕੇ, ਇਹੀ ਕਾਰ ਸੀ। 250 ਵੋਟ ਦੇ ਨਾਲ ਉਹਨਾਂ ਨੂੰ ਮੈਂ ਹਰਾਤਾ। ਬਸ ਇਹ ਪ੍ਰੀਤਮ ਕੋਟ ਭਾਈ ਨੂੰ ਉਹਨਾਂ ਤੋਂ ਪੈਸੇ ਲਈ ਬੈਠਾ ਸੀ, ਆਪਾਂ ਦਿੰਦੇ ਨਹੀਂ ਕਿਸੇ ਨੂੰ ਪੰਜੀ। ਸਤਿ ਸ੍ਰੀ ਅਕਾਲ ਜੀ। ਕੀ ਕਹਿੰਦਾ ਯੂਥ ਇਸ ਵਾਰ ਕਿੱਧਰਲੇ ਪਾਸੇ ਖੜਾ? ਫਿਰ ਆਪ ਦੇ ਵੱਲ ਹੀ ਹੈ ਸਾਰਾ। ਕਿਉਂ ਬਦਲਾਅ ਲਿਆਉਣ ਦੀ ਲੋੜ ਪਈ ਹੈ? ਹੁਣ ਜੀ ਵੇਖੋ, ਅਸੀਂ ਆ ਵਿਹਲੇ ਬੈਠੇ ਆ ਜਮਾ, ਕੋਈ ਰੁਜ਼ਗਾਰ ਨਹੀਂ। ਮੰਨ ਲਓ ਵੀ ਨੌਜਵਾਨ ਨੂੰ 2 ਚੀਜ਼ਾਂ ਚਾਹੀਦੀਆਂ ਹੁੰਦੀਆਂ ਜੀ, ਚੰਗੀ ਸਿੱਖਿਆ ਤੇ ਰੁਜ਼ਗਾਰ। ਨਾ ਹੀ ਤਾਂ ਆਪਾਂ ਨੂੰ ਚੰਗੀ ਅੱਜ ਤੱਕ ਸਿੱਖਿਆ ਮਿਲੀ ਹੈ ਜੀ, ਨਾ ਹੀ ਰੁਜ਼ਗਾਰ ਮਿਲਿਆ ਕੋਈ। ਤੁਹਾਨੂੰ ਆਪ ਨੂੰ ਹੀ ਪਤਾ ਵੀ ਕੋਈ ਇਹਨਾਂ ਨੇ ਰੁਜ਼ਗਾਰ ਕਿਤੇ ਕੋਈ ਨਹੀਂ ਮਿਲਿਆ। 1200 ਪੋਸਟ ਸੀਗੀ ਜੀ ਪਟਵਾਰੀ ਦੀ, 2.5 ਲੱਖ ਬੰਦੇ ਨੇ ਭਰੀ ਸੀਗੀ। ਹੁਣ ਤੁਸੀਂ ਦੇਖੋ ਜੀ, 1200 ਬੰਦਾ ਸਿਲੈਕਟ ਕਰਨਾ, 2.5 ਲੱਖ ਬੇਰੁਜ਼ਗਾਰ 'ਚੋਂ। ਪੀਐਨ ਦੀਆਂ ਪੋਸਟਾਂ ਆਈਆਂ ਸੀਗੀਆਂ ਜੀ ਪਿਛਲੇ ਸਾਲ, PhD ਕੀਤੇ ਨੇ, ਪੀਐਨ ਦੀ ਪੋਸਟ ਭਰਦਾ ਜੀ ਜਿਹੜੀ ਵੀ 10 ਪਾਸ ਨੂੰ ਹੁੰਦੀ ਆ। ਇੰਨੀ ਬੇਰੁਜ਼ਗਾਰੀ ਆਪਣੇ, ਇਹ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੀ। ਬਿਲਕੁਲ, ਜੇ ਤੁਹਾਨੂੰ ਹੁਣ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ, ਤੁਹਾਨੂੰ ਲੱਗਦਾ ਵੀ ਰੁਜ਼ਗਾਰ ਆ ਜਿਹੜਾ ਨੌਜਵਾਨਾਂ ਨੂੰ ਮਿਲੂਗਾ? ਤੇ ਇੱਕ ਨਸ਼ਾ ਜਿਹੜਾ ਪੰਜਾਬ 'ਚ ਸਭ ਤੋਂ ਵੱਡਾ ਮੁੱਦਾ ਇਸ ਵੇਲੇ, ਹੈ ਨਾ? ਨਸ਼ਾ ਤਾਂ ਜੀ ਆਮ ਹੀ ਮਿਲਦਾ, ਨਸ਼ਾ ਲੈਣਾ ਕਿੱਥੋਂ ਜੀ ਦੱਸੋ? ਉੱਥੋਂ ਹੀ ਦਵਾ ਦਾਂਗੇ। ਇੱਥੋਂ ਮਿਲਦਾ ਆਮ? ਨਹੀਂ, ਆਪਣੇ ਪਿੰਡ 'ਚ ਫਿਲਹਾਲ ਨੌਜਵਾਨ ਪੀੜ੍ਹੀ ਜਿਹੜੇ ਚਿੱਟੇ ਦੇ ਨਸ਼ੇ ਤੋਂ ਰਹਿਤ ਆ, ਕੋਈ 100 ਚੋਂ 1 ਅੱਧਾ ਨੌਜਵਾਨ ਹੋਊ। ਪਹਿਲੀ ਗੱਲ ਤਾਂ ਹੈ ਨਹੀਂ ਜੀ, ਪਰ ਵੀ ਆਪਣੇ ਨੇੜਲੇ ਇਲਾਕਿਆਂ 'ਚ ਸਾਰੇ ਕਿਤੇ ਆਮ ਮਿਲਦਾ ਜੀ। ਦੇਖਿਆ ਕਿ ਨਹੀਂ, ਹਰ ਇੱਕ ਨੌਜਵਾਨ ਨੇ ਵੇਖਿਆ। ਆਮ ਆਦਮੀ ਪਾਰਟੀ ਬੰਦ ਕਰੂਗੀ ਇਹ ਨਸ਼ਾ ਜਿਹੜਾ? ਨਹੀਂ, ਕਹਿ ਤਾਂ ਰਹੇ ਜੀ ਬੰਦ ਕਰਾਂਗੇ, ਪਰ ਵੀ ਆਪਾਂ ਜਦੋਂ ਉਹਨਾਂ ਨੂੰ ਹਜੇ ਤੱਕ ਵੇਖਿਆ ਨਹੀਂ ਨਾ, ਜੇ ਉਹਨਾਂ ਦੀ ਸਰਕਾਰ ਆਊਗੀ ਆਪਾਂ ਉਹਨਾਂ ਨੂੰ ਵੇਖਾਂਗੇ ਵੀ ਬੰਦ ਕਰਦੇ ਜਾਂ ਨਹੀਂ ਕਰਦੇ। ਆਪਾਂ ਫੇਰ ਪਲਟਾ ਖਵਾ ਦਾਂਗੇ 5 ਸਾਲ ਆਈ, ਫੇਰ ਹੋਰ ਸਰਕਾਰ ਲਿਆਵਾਂ। ਪਰ ਵੀ ਵੇਖਣਾ ਲੋਕਾਂ ਨੂੰ ਇੱਕ ਹੱਕ ਆ ਵੀ ਉਹ ਨਵੀਂ ਸਰਕਾਰ ਆਈ ਹੈ, ਉਹਨਾਂ ਨੂੰ ਵੇਖੋ ਤਾਂ ਸਹੀ ਨਾ ਇੱਕ ਵਾਰ। ਜਿੱਤ ਕੇ ਕਹਿੰਦੇ ਹਰ ਕੋਈ ਬਦਲ ਜਾਂਦਾ, ਬਾਅਦ ਚੋਂ ਕਹਿੰਦੇ ਕੁਝ ਹੋਰ ਬਣ ਜਾਂਦੇ ਆ। ਚਲ ਕੋਈ ਨਾ, ਜਿਤਾਓ ਤਾਂ ਸਹੀ ਨਾ ਇੱਕ ਵਾਰੀ, ਹਿੰਮਤ ਤਾਂ ਮਾਰੋ। ਜੇ ਆਪਾਂ ਉਹਨਾਂ ਨੂੰ ਜਿਤਾਵਾਂਗੇ, ਆਪਾਂ ਤਜਰਬਾ ਵੇਖਾਂਗੇ ਉਹਨਾਂ ਨੇ ਕੁਛ ਕਰਦੇ ਆ ਜਾਂ ਨਹੀਂ ਕਰਦੇ, ਤਾਂ ਫੇਰ ਹੀ ਪਤਾ ਲੱਗੂ ਨਾ ਆਪਾਂ ਨੂੰ ਕੁਛ ਕਰ ਰਹੇ ਆ ਉਹ। ਜੇ ਆਪਾਂ ਕੱਲੀਆਂ ਗੱਲਾਂ ਕਰੀ ਜਾਵਾਂਗੇ ਵੀ ਆਮ ਆਦਮੀ ਪਾਰਟੀ ਦਾ ਕੁਛ ਕਰਦੇ ਨਹੀਂ, ਵੀ ਆਪਾਂ ਜਦੋਂ ਸਰਕਾਰ ਹੀ ਨਹੀਂ ਆਈ ਉਹਨਾਂ ਦੀ, ਉਹ ਕਰਨ ਕੀ? ਜਦੋਂ ਉਹਨਾਂ ਨੂੰ ਮੰਨ ਲਓ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਬਣਾਤਾ, ਉਹਨੂੰ ਇੱਕ ਵਾਰੀ ਹਰਾ ਪੈਨੋਂ ਕਹਿੰਦਾ ਮੈਨੂੰ ਫੜਾਓ ਤਾਂ ਸਹੀ, ਫਿਰ ਤੁਹਾਨੂੰ ਮੈਂ ਦੱਸਦਾ ਕੀ ਬਣਦਾ। ਜਦੋਂ ਉਹਨੂੰ ਆਪਾਂ ਕੋਈ ਮੌਕਾ ਹੀ ਨਹੀਂ ਦੇ ਰਹੇ ਕਰਨ ਦਾ, ਐਵੇਂ ਇਲਜ਼ਾਮ ਲਾਉਣ ਦਾ ਵੀ ਕੀ ਫਾਇਦਾ ਉਸ ਗੱਲ ਦਾ? 36000 ਕਹਿੰਦੇ ਮੁਲਾਜ਼ਮ ਅਸੀਂ ਪੱਕੇ ਕੀਤੇ ਆ, ਕਾਂਗਰਸ ਕਹਿੰਦੀ। ਹੁਣ ਉਹ ਤਾਂ ਆਮ ਹਰੇਕ ਹੀ ਕਹਿੰਦਾ ਸਾਨੂੰ 36 ਵਿਖਾ ਦਿਓ ਕਿੱਥੇ ਪੱਕੇ ਕੀਤੇ ਆ। ਉਹ ਖੜਾ ਜੀ, ਉਹ ਕੱਚਾ ਮੁਲਾਜ਼ਮ ਹੀ ਹੈ ਤੀ ਕਿ ਇੱਕ ਨੌਜਵਾਨ ਸਾਡੇ ਪਿੰਡ ਉਹ ਵੀ ਕੱਚਾ ਗਾ ਲੱਗਿਆ ਵਾ, ਉਹ ਕਹਿੰਦੇ ਪੱਕਾ ਕੀਤਾ, ਉਹ ਕਹਿੰਦਾ ਮੈਨੂੰ ਹੀ ਕਰ ਦਿਓ ਇਕੱਲੇ ਨੂੰ। ਚੱਲ ਮੈਂ ਸਾਰਿਆਂ ਨੂੰ ਕਹਿੰਦਾ ਕਿ 36000 ਹੋ ਗਏ। ਫੋਨ ਵੀ ਉਹਨਾਂ ਨੇ ਦੇਣੇ ਸੀਗੇ, ਫੋਨ ਮਿਲ ਗਏ ਇੱਥੇ? ਨਾ, ਸਾਡੇ ਪਿੰਡ ਤਾਂ ਕਿਸੇ ਨੂੰ ਨਹੀਂ ਫੋਨ ਮਿਲਿਆ ਜੀ, ਇੱਕ ਵੀ ਨੌਜਵਾਨ ਨੂੰ। ਸਤਿ ਸ਼੍ਰੀ ਅਕਾਲ ਹੋਪੀ। ਬਸ ਜੀ ਅਸੀਂ ਕੋਈ ਜ਼ਿਆਦਾ ਨਹੀਂ ਕੋਈ ਕਹਿਣਾ ਚਾਹੁੰਦੇ। ਵੋਟ ਤਾਂ ਪਾਉਂਗੇ? ਹਾਂਜੀ। ਕਿਹਨੂੰ ਪਾਉਂਗੇ ਫਿਰ? ਵੋਟ ਤਾਂ ਅਸੀਂ ਮਾਸਟਰ ਜੀ ਨੂੰ ਪਾਵਾਂਗੇ ਜੀ, ਆਮ ਆਦਮੀ ਪਾਰਟੀ ਨੂੰ। ਕਿਉਂ ਪਾਉਂਗੇ ਆਮ? ਪੁਰਾਣੇ ਇੰਜਨ ਸਾਰੇ ਬਦਲਨੇ, ਨਵਾਂ ਇੰਜਨ ਜੋੜਾਂਗੇ ਜੀ। ਨਵਾਂ ਇੰਜਨ ਲਿਆਉਣਾ? ਨਵਾਂ ਇੰਜਨ। ਤੁਹਾਨੂੰ ਲੱਗਦਾ ਕਿ ਇਹ ਕਾਮਯਾਬ ਹੋਊਗਾ ਨਵਾਂ ਇੰਜਨ? ਹਾਂਜੀ, ਬਿਲਕੁਲ ਹੀ ਹੋਊਗਾ। ਠੀਕ, ਇੰਨਾ ਵਿਸ਼ਵਾਸ ਕਿਉਂ ਹੈ? ਸਾਡੇ ਲੋਕਾਂ ਨਾਲ। ਕਿਉਂਕਿ ਪਹਿਲਾਂ ਵੀ ਇਹ ਪਾਰਟੀਆਂ ਜਿਹੜੀਆਂ ਦੂਜੀਆਂ ਆਉਂਦੀਆਂ ਰਹੀਆਂ, ਉਹ ਵੀ ਇਹੀ ਵਾਅਦੇ ਕਰਦੀਆਂ ਰਹੀਆਂ ਨੇ, ਐਵੇਂ ਵਾਅਦੇ ਕਰਕੇ ਲੋਕਾਂ ਕੋਲੇ ਆਉਂਦੀਆਂ ਸੀ ਵਾਅਦੇ ਲੈ ਕੇ, ਤੇ ਇਹੀ ਹੁਣ ਆਮ ਆਦਮੀ ਪਾਰਟੀ ਲੈ ਕੇ ਆਈ। ਸਾਡੇ ਲੋਕਾਂ ਨਾਲ ਹੀ ਹੋਊਗਾ, ਤੇਲ ਅਸੀਂ ਪਾਉਣਾ, ਅਸੀਂ ਚਲਾ ਦਾਂਗੇ ਜੀ ਇਹਨੂੰ। ਹਾਂਜੀ, ਹਾਂ, ਲੋਕਾਂ ਨੇ ਚਲਾਉਣਾ ਇਹ ਇੰਜਨ ਜੀ, ਲੋਕਾਂ ਨੇ ਚਲਾਉਣਾ ਜੀ। ਨਵਾਂ ਮਨ ਬਣ ਗਿਆ ਹੈਗਾ ਆਮ ਆਦਮੀ। ਹਾਂਜੀ, ਪੁਰਾਣੀ ਕੋਈ ਚੀਜ਼ ਆਪਾਂ ਕੁਆੜ ਛੱਡ ਦਿੰਦੇ ਆ। ਹਾਂਜੀ, ਮੋਟਰ 2 ਵਾਰੀ ਖਰਾਬ ਹੋ ਗਿਆ, ਬਦਲ ਦਿਓ, ਲਿਆਉਣਾ ਨਾ, ਇਹ ਚੱਲੂਗੀ 5-4 ਸਾਲ। ਬੀਜੇਪੀ ਆ ਗਈ ਹੈ, ਕਹਿੰਦੇ ਅਸੀਂ 3 ਕਾਨੂੰਨ ਰੱਦ ਕੀਤੇ ਆ, ਕਹਿੰਦੇ ਪੰਜਾਬ ਦੇ ਲੋਕ ਸਾਡੇ ਤੇ ਵਿਸ਼ਵਾਸ ਕਰਨਗੇ। ਨਹੀਂ ਜੀ, ਰੱਦ ਗੋਡੀਆਂ ਲਵਾਤੀਆਂ, ਮੈਂ ਖੁਦ ਉੱਥੇ 15 ਦਿਨ ਲਾ ਕੇ ਆਇਆ ਦਿੱਲੀ 'ਚ, ਕੋਈ ਐਵੇਂ ਨਹੀਂ ਹੋਏ ਰੱਦ ਸਾਰੇ ਪੰਜਾਬ ਦੀਆਂ ਚੀਕਾਂ ਕਢਾਤੀਆਂ। ਹਾਂ, ਉਹ ਡਾਂਗ ਨਾ ਕਰਾਈ, ਐਵੇਂ ਨਹੀਂ ਹੋਏਗੀ। ਤੇ ਕਿਸਾਨਾਂ ਨੂੰ ਕਿਵੇਂ ਦੇਖਦੇ ਹੋ ਫਿਰ ਤੁਸੀਂ? ਕਿਸਾਨ ਵੀ ਆ ਗਏ ਰਾਜਨੀਤੀ ਵਿੱਚ।
ਕਿਸਾਨ ਵੀਰਾਂ ਨੂੰ ਆਪ ਸਮਝਣਾ ਚਾਹੀਦਾ ਉਹਨਾਂ ਨੂੰ ਉਹ ਤਾਂ ਆਪ ਆਪਦੇ ਘਰੇ ਲੀਡਰ ਹੈ, ਉਹਨਾਂ ਨੂੰ ਇਹ ਨਹੀਂ ਚਾਹੀਦਾ, ਨਹੀਂ ਆਉਣਾ ਚਾਹੀਦਾ ਸੀ ਰਾਜਨੀਤੀ ਲੜਨੀ ਚਾਹੀਦੀ। ਹਾਂ ਤੇ ਇਸ ਵਾਰ ਦਾ ਫਿਰ ਕੀ ਮਾਹੌਲ ਰਹੂਗਾ ਕਿਸਾਨਾਂ ਦਾ ਜਿਹੜਾ ਚੋਣਾਂ ਦੇ ਵਿੱਚ? ਆਪੇ ਵਿੱਚੇ ਉਹ ਤੁਰੇ ਫਿਰਨਗੇ ਜੀ, ਕੋਈ ਸੀਟ ਨਹੀਂ ਹਾਂ ਨਹੀਂ ਮਿਲਦੀ। ਨਹੀਂ ਆ ਕਿਸਾਨਾਂ ਨੂੰ ਕੋਈ ਸੀਟ ਨਹੀਂ ਮਿਲਦੀ ਜੀ, ਮਿਲਦਾ ਹੱਕਦਾਰ ਵੀ ਨਹੀਂ ਉਹ। ਪਹਿਲੀ ਗੱਲ ਤਾਂ ਰਾਜੇਵਾਲ ਜੀ ਆਪਦੇ ਆਪ ਪੰਜਾਬ ਦਾ ਮੰਨ ਲਓ ਵੀ ਆਲ ਇੰਡੀਆ ਦੇ ਇੱਕ ਹੀਰੋ ਬਣਿਆ ਸੀਗਾ ਜੀ, ਗਲਤ ਫੈਸਲਾ ਵੀ ਪ੍ਰਧਾਨ ਮੰਤਰੀ ਦੀਆਂ ਗੋਡੀਆਂ ਟਿਕਾਉਣ ਵਾਲਾ ਬੰਦਾ ਬਣਿਆ ਸੀਗਾ, ਵੀ ਉਹ ਇਸ ਵਕਤ ਪੰਜਾਬ 'ਚ ਆ ਕੇ ਰਾਜਨੀਤੀ 'ਚ ਖੜਾ ਹੋ ਕੇ ਮੰਨ ਲਓ ਵੀ ਜ਼ੀਰੋ ਹੋ ਗਿਆ ਜੀ, ਅਰਸ਼ ਤੋਂ 1 ਮਿੰਟ 'ਚ ਫਰਸ਼ ਤੇ ਆ ਗਿਆ, ਵੀ ਉਹਨੇ ਰਾਜਨੀਤੀ ਤੋਂ ਲੈਣਾ ਹੀ ਕੀ ਸੀਗਾ ਜੀ। ਮੰਨ ਲਓ ਕਿਸਾਨ ਅੱਜ ਉਹਦੇ ਪਿੱਛੇ ਖੜਦੇ ਸੀ, ਤੁਸੀਂ ਵੇਖਿਆ ਮੋਰਚੇ 'ਚ ਹਰ ਇੱਕ ਕਿਸਾਨ, ਛੋਟੇ ਤੋਂ ਛੋਟਾ ਬੱਚਾ ਜੀ, ਵੱਡੇ ਤੋਂ ਵੱਡਾ ਬਜ਼ੁਰਗ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਪਾਇਆ। ਕੌਣ ਸੀ ਮੂਹਰੇ ਲੀਡਰ? ਮੇਨ ਰਾਜੇਵਾਲ ਹੀ ਸੀਗਾ ਨਾ ਜੀ। ਅੱਜ ਉਹ ਜ਼ੀਰੋ ਹੋ ਗਿਆ, ਅੱਜ ਉਹਦੇ ਸੱਦੇ ਤੇ ਕੋਈ ਨਹੀਂ ਜਾਊਗਾ। ਠੀਕ ਆ ਜੀ। ਕੀ ਲੱਗਦਾ ਫਿਰ ਚੋਣਾਂ ਦਾ ਮਾਹੌਲ ਇਸ ਵਾਰ? ਚੋਣਾਂ ਦਾ ਮਾਹੌਲ ਤਾਂ ਚੱਲ ਰਿਹਾ ਜੀ, ਵੇਖੋ ਸਾਰੀਆਂ ਪਾਰਟੀਆਂ ਆਪੋ ਆਪਣੇ ਪ੍ਰਚਾਰ ਕਰ ਰਹੇ ਆ, ਪਰ ਜਿਹੜਾ ਆਪਣਾ ਮੇਨ ਮਕਸਦ ਆ ਵੀ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ। ਝਾੜੂ ਚਾਹੀਦਾ, ਕਿਸਾਨ, ਚਲੋ ਠੀਕ ਆ, ਝਾੜੂ ਇੱਕ ਨਵੀਂ ਪਾਰਟੀ, ਆਪਾਂ ਨੂੰ ਬਦਲਾਅ ਵੇਖਣਾ ਜ਼ਰੂਰੀ ਆ, ਕਿਉਂਕਿ ਹਜੇ ਆਪਾਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ। ਪਰ ਆ ਜਵਾਕਾਂ ਦੇ ਸਿਰ ਤੇ ਜਿਹੜੇ ਜੰਮਦੇ ਜਵਾਕ ਆ, 70,000 ਰੁਪਏ ਦਾ ਕਰਜ਼ਾ ਆਉਂਦਾ, 3.5 ਲੱਖ ਕਰੋੜ ਦਾ ਪੰਜਾਬ ਸਰਕਾਰ ਕਰਜ਼ਾ, ਉਹ ਤਾਂ ਦੱਸੋ ਮੋੜਾਂ ਕਿੱਥੋਂ? 39,000 ਕਰੋੜ ਉਹਦਾ ਹੀ ਸਾਲਾਨਾ ਜਿਹੜਾ ਵਿਆਜ ਬਣ ਜਾਂਦਾ ਖਜ਼ਾਨੇ 'ਚ, ਉਹ ਲੈ ਜਾਂਦਾ ਚੱਕ ਕੇ। ਉੱਤੋਂ ਇਹ ਵਾਅਦੇ ਕਰੀ ਜਾਂਦੇ ਆ ਫਿਰ ਹੀ ਐਂ ਕਰਾਂਗੇ, ਫਲਾਨਾ ਦੇਵਾਂਗੇ ਜੀ, ਅਸੀਂ ਇਹ ਕਰ ਦਾਂਗੇ, ਉਹ ਕਰ, ਉਹ ਦੇਣਗੇ ਕਿੱਥੋਂ? ਹੁਣ ਮੰਨ ਲਓ ਇੱਕ ਉਦਾਹਰਨ ਆ, ਇੱਕ ਜ਼ਿਮੀਂਦਾਰ ਦੇ ਸਿਰ 5 ਲੱਖ ਦਾ ਕਰਜ਼ਾ, 5 ਲੱਖ ਦੀ ਉਹਦੇ ਫਸਲ ਹੁੰਦੀ ਆ, ਉਹ ਆਪਦੇ ਪੁੱਤ ਨੂੰ ਕਹੀ ਜਾਵੇ ਵੀ ਐਂ ਕਰੋ, ਜੇ ਤੂੰ ਐਤਕੀ ਪਾਸ ਹੋ ਗਿਆ ਨਾ ਮੈਂ ਤੈਨੂੰ ਬੁਲਟ ਮੋਟਰਸਾਈਕਲ ਲੈ ਕੇ ਦੂੰ, ਉਹ ਲੈ ਕੇ ਕਿੱਥੋਂ ਦੇਊ? ਉਹ ਤਾਂ ਸਲਫਾਸ ਵਾਲਾ ਡੱਬਾ ਚੱਕੀ ਫਿਰਦਾ। ਉਹੀ ਹਾਲ ਇਹਨਾਂ ਨੇ ਪੰਜਾਬ ਦਾ ਕਰਤਾ। ਕੀ ਦਿੱਤਾਗਾ? ਮੈਂ ਜਿਹੜੇ 36,000 ਕਹਿੰਦੇ ਹੈਗੇ, ਮੈਂ ਉਹਦੇ 'ਚ ਉਹ ਹੋਵਾਂਗਾ ਠੇਕਾ ਕੰਟਰੈਕਟ ਤੇ, ਮੇਰੀ 10,000 ਰੁਪਈਆ ਤਨਖਾਹ ਗਈ, 10 ਤੋਂ ਵੀ ਘੱਟ ਹੀ ਆ। ਮੈਨੂੰ ਤਾਂ ਕੀਤਾ ਨਹੀਂ, ਇੰਨੀਆਂ ਡਾਂਗਾਂ ਤਾਂ ਅਸੀਂ ਊਂ ਨਹੀਂ ਕਿਤੇ ਮੰਨ ਲਓ ਕਿਸੇ ਪਸ਼ੂ ਦੇ ਨਹੀਂ ਮਾਰੀਆਂ ਹੋਣਗੀਆਂ ਜਿੰਨੀਆਂ ਮਨਪ੍ਰੀਤ ਦੇ ਘੇਰ ਦਿੰਦੇ ਸਾਡੇ ਪਏਗੀਆਂ। ਤੁਸੀਂ ਕਾਰਨ ਕਿਸ ਨੂੰ ਮੰਨਦੇ ਹੋ ਕਿ ਆ ਪੰਜਾਬ ਦੇ ਅਜਿਹੇ ਹਾਲਾਤ ਆ ਜਿਹੜੇ ਹੁਣ ਬਣ ਗਏ ਨੇ? ਸਾਰਿਆਂ ਨੇ ਕੀਤਾ, ਹੋਰ ਅਸੀਂ ਤਾਂ ਕੀਤਾ ਨਹੀਂ। ਅਸੀਂ ਤਾਂ ਸੁੱਤੇ ਪਏ ਵੀ ਟੈਕਸ ਦਿੰਦੇ ਆ, ਘੱਟ ਤੋਂ ਘੱਟ 300 ਰੁਪਈਆ ਟੈਕਸ ਦੇ ਰਹੇ ਆ। ਰਾਤ ਨੂੰ ਲਾਈਟ ਪੱਖਾ ਚੱਲੀ ਜਾਂਦਾ, ਉਹਦਾ ਵੀ ਟੈਕਸ ਭਰੀ ਜਾਂਦੇ ਆ, ਬਿਜਲੀ ਦੇ ਰੂਪ 'ਚ ਵੀ। ਹੁਣ ਆ ਜਵਾਕਾਂ ਨੂੰ ਅਸੀਂ ਲਈ ਤਾਂ ਬੈਠੇ ਆ ਪੜ੍ਹਨ ਚੰਗੇ ਸਕੂਲਾਂ 'ਚ, 2-2 ਲੱਖ ਰੁਪਈਆ ਇਹਨਾਂ ਦਾ ਗਾਲੀ ਜਾਂਦੇ ਆ। 40,000 ਬਿਜਲੀ ਬੋਰਡ 'ਚ ਇਹਨਾਂ ਨੇ ਉਹ ਨੌਕਰੀ ਖਤਮ ਕਰਤੀ, 4,000 ਤਾਂ ਬਠਿੰਡੇ ਵਾਲੇ ਥਰਮਲੀ ਕਰਤਾ। ਉੱਥੇ ਵੀ ਤਾਂ ਇਹਨਾਂ ਨਹੀਂ ਲੱਗਣਾ ਸੀਗਾ, ਉਹ ਨੌਕਰੀਆਂ ਖਤਮ ਕਰੀ ਜਾਂਦੇ। ਅਸੀਂ ਲਿਜਾਵਾਂਗੇ ਕਿੱਥੇ ਇਹਨਾਂ ਨੂੰ ਪੜ੍ਹਾ ਕੇ? ਫਿਰ ਇਹਨਾਂ ਨੇ ਚਿੱਟੇ 'ਚ ਹੀ ਪੈਣਾ। ਹਜੇ ਮੈਂ ਐਂ ਕਹਿਣਾ ਵੀ ਸਾਡੇ ਪਿੰਡ ਦੇ ਵੱਡੇ ਭਾਗ ਆ ਵੇਖੋ ਤੁਸੀਂ ਖੇਡੀ ਜਾਂਦੇ ਆ। ਹੁਣ ਇਹ ਨੌਜਵਾਨ ਸੀ ਨਹੀਂ ਇਹ ਬਈ ਚਿੱਟੇ 'ਚ ਜਾਂਦੇ, ਇਹਨਾਂ ਨੇ ਕੀ ਕਰਨਾ ਸੀਗਾ? ਹੁਣ ਵਧ ਗਿਆ ਇੱਥੇ, ਚਲੋ ਆ ਜਾਂਦੇ ਖੇਡ ਲੈਂਦੇ। ਇਹ ਘਰ ਘਰ ਨੌਕਰੀ ਹੈਗੀ ਜਿਹੜੀ ਤੁਸੀਂ ਵੇਖ ਰਹੇ ਹੋ। ਆਹ ਬਿਲਕੁਲ ਜੀ। ਉੱਥੇ ਮਨਪ੍ਰੀਤ ਬਾਦਲ ਫਿਰ ਆ ਗਏ ਨੇ, ਕਹਿੰਦੇ ਪਹਿਲਾਂ ਕਹਿੰਦੇ ਸੀ ਖਜ਼ਾਨਾ ਖਾਲੀ, ਪਰ ਹੁਣ ਉਮੀਦਵਾਰ ਫਿਰ ਐਲਾਨੇ ਗਏ ਨੇ ਉਹ ਕਾਂਗਰਸ ਦੇ ਵੱਲੋਂ। ਫਿਰ ਉਹਨਾਂ ਦਾ ਤਾਂ ਵਿਸ਼ਵਾਸ ਕਰਨ ਦੀ ਕੋਈ ਡੱਕਾ ਦਮ ਨਹੀਂ ਜੀ। ਥਰਮਲ ਦੇ ਸਾਹਮਣੇ ਕਹਿ ਕੇ ਗਏ ਹੈਗੇ ਕਿ ਵੀ ਐਂ ਕਰਕੇ ਜੇ ਮੈਂ ਜਿੱਤ ਗਿਆ ਤਾਂ ਇਹਦੇ 'ਚੋਂ ਧੂੰਆਂ ਨਿਕਲੂਗਾ। ਬਸ ਇਹ ਸਮਝ ਲਓ ਵੀ ਜਿਹੜੀ ਗੱਲ ਕਹਿਣਗੇ ਇਹ ਜਿੰਨੇ ਵੀ ਲੀਡਰ ਆ ਉਹ ਕਰਦੇ ਨਹੀਂ, ਤੇ ਜਿਹੜੀ ਕਹਿੰਦੇ ਨਹੀਂ ਉਹ ਕਰਨਗੇ ਇਹ। ਫਿਰ ਕੀ ਬਦਲਾਅ ਚਾਹੁੰਦੇ ਹੋ? ਕੀ ਆਉਣਾ ਚਾਹੀਦਾ ਇਸ ਵਾਰ? ਬਦਲਾਅ ਤਾਂ ਝਾੜੂ ਤੋਂ ਹੈਗੀ ਆਸ ਉਮੀਦ ਜੀ। ਜਿਵੇਂ ਦਿੱਲੀ ਦੇ ਲੋਕਾਂ ਨੇ ਦੱਸਦੇ ਹੈਗੇ ਵੀ ਮੰਨ ਲਓ ਬਿਜਲੀ ਫ੍ਰੀ ਹੋ ਗਈ, ਸਕੂਲ 'ਚ ਜੇ ਪੜ੍ਹ ਕੇ ਸਾਡਾ ਇੰਨੇ ਨਹੀਂ 2-3 ਲੱਖ ਰੁਪਏ ਦਾ ਇੱਕ ਮੰਨ ਲਓ ਕਿਸਾਨ ਦਾ ਉਹ ਹੋ ਜਾਊਗਾ, ਫਰਕ ਪੈ ਜਾਊਗਾ। ਜਿਵੇਂ ਹੁਣ 2 ਲੱਖ ਰੁਪਇਆ ਘੱਟੋ ਘੱਟ ਫੀਸ ਹੈਗੀ ਵੱਡੇ ਕਨਵੈਂਟ ਸਕੂਲਾਂ ਦੀ, ਉਹ ਬਚ ਜਾਊਗਾ ਜਿਹਦੇ 4 ਬੱਚੇ ਪੜ੍ਹਦੇ ਹੈਗੇ। ਤੇ ਬਿਜਲੀ ਦਾ ਬਿੱਲ 50,000 ਰੁਪਇਆ ਉਹ ਬਚ ਜਾਊਗਾ ਸਾਲ ਦਾ। ਬਸ ਤੇ ਸਿਹਤ ਸਹੂਲਤਾਂ ਕਹਿੰਦੇ ਇਹ ਇੰਨੇ ਨਾਲ ਵੀ ਫਰਕ ਪੈ ਜੂ ਮੀਡੀਅਮ ਤੋਂ ਮੀਡੀਅਮ ਉਹਨੂੰ। ਹਲਕਾ ਪੁੱਚੋ ਦੇ ਲੋਕ ਜਿਨ੍ਹਾਂ ਦੀ ਆਵਾਜ਼ ਤੁਸੀਂ ਸੁਣੀ ਹੈ, ਕਿੰਨਾ ਪਿਛਲੀਆਂ ਸਰਕਾਰਾਂ ਤੋਂ ਦੁਖੀ ਨੇ, ਬਦਲਾਅ ਲਿਆਉਣਾ ਚਾਹੁੰਦੇ ਨੇ। ਆਉਣ ਵਾਲੀ 20 ਤਰੀਕ ਨੂੰ ਦੱਸਣਗੇ ਕੀ ਬਦਲਾਅ ਦਿੰਦੇ, ਕੀ ਫਤਵਾ ਦਿੰਦੇ ਆ। ਆਉਣ ਵਾਲੀ 20 ਤਰੀਕ ਦੱਸੇਗੀ। ਜੁੜੇ ਰਹੋ ਉਡਾਨ ਨਿਊਜ਼ 24 ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।